गुरु रूप गुरु प्यारी साध संगत जी, ਸਾਰੇ ਗੁਰਮੁਖ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਜੀ ਇਸ ਟਾਈਮ ਆਪਣੇ ਬੱਚਿਆਂ ਤੇ ਬਹੁਤ ਹੀ ਪ੍ਰਸੰਨ ਨੇ, ਖੁਸ਼ ਨੇ। ਇਸ ਕਰਕੇ ਸਾਨੂੰ ਉਹਨਾਂ ਨੇ ਇਹ ਸਾਰਾ ਆਪਣਾ ਪਿਆਰ, ਆਪਣਾ ਖਜ਼ਾਨਾ ਆਪਣੇ ਬੱਚਿਆਂ ਨੂੰ ਖੋਲ ਕੇ ਦੱਸਿਆ। ਬੜੇ ਬੱਚੇ ਇਸ ਸਮੇਂ ਖੁਸ਼ ਨੇ ਕਿ ਸਾਨੂੰ ਜੇ ਇਹ ਵਾਲਾ ਖਜ਼ਾਨਾ ਨਾ ਪਤਾ ਲੱਗਦਾ ਤਾਂ ਅਸੀਂ ਏਦਾਂ ਹੀ ਵਾਪਸ ਚਲੇ ਜਾਣਾ ਸੀ। ਕੱਲ ਵੀ ਸਾਨੂੰ ਗੁਰਮੁਖਾਂ ਦਾ ਫੋਨ ਆਇਆ, ਉਹ ਦੱਸ ਰਹੇ ਸੀ ਕਿ ਅਸੀਂ ਬੜਾ ਉਦਮ ਕਰ ਰਹੇ ਸੀ, ਅਸੀਂ ਬੜਾ ਕੁਛ ਲਿਆ ਕੇ ਲਿਟਰੇਚਰ ਪੜ੍ਹੀ ਜਾ ਰਹੇ ਸੀਗੇ, ਗੁਰਬਾਣੀ ਬਾਰੇ ਸਟੀਕਾਂ ਲਿਆ ਕੇ ਪੜ੍ਹ ਰਹੇ ਸੀ, ਪਰ ਸਾਨੂੰ ਪਤਾ ਨਹੀਂ ਸੀ ਕਿ ਅਸਲ ਉਦਮ, ਅਸਲ ਭਗਤੀ ਏਦਾਂ ਕਰਨੀ ਹੈ। ਤੇ ਉਹਨਾਂ ਨੇ ਵੀ ਇਸ ਤਰ੍ਹਾਂ ਹੀ YouTube ਤੋਂ ਔਰ ਇਸ ਤਰ੍ਹਾਂ ਸੁਣ ਕੇ ਉਹਨਾਂ ਨੂੰ ਭੇਦ ਆਇਆ ਤੇ ਸਾਰੀ ਕਿਰਪਾ ਉਹਨਾਂ ਨੂੰ ਮਾਲਕ ਨੇ ਕੀਤੀ ਹੋਈ ਸੀ ਪਹਿਲੇ ਹੀ ਸਹਿਜ ਸੁਭਾਏ। ਕਿਉਂਕਿ ਜਿਹੜਾ ਬੱਚਾ ਖੋਜੀ ਹੁੰਦਾ, ਮਾਲਕ ਉਹਨਾਂ ਨੂੰ ਕਿਰਪਾ ਕਰ ਦਿੰਦੇ ਨੇ ਉਹਨਾਂ ਤੇ। ਅਨਹਦ ਸ਼ਬਦ ਸਹਿਜ ਧੁਨ ਉਹਨਾਂ ਨੂੰ ਸੁਣਦੀ ਹੈ ਅੰਦਰੋਂ, ਮਾਲਕ ਦੀ ਕਿਰਪਾ ਪੂਰੀ। ਤੇ ਹੁਣ ਉਹਨਾਂ ਨੂੰ ਉਹ ਸਾਰਾ ਖੇਡ ਪਤਾ ਲੱਗ ਗਿਆ, ਭਰੋਸਾ ਬਣ ਗਿਆ। ਹੁਣ ਉਹ ਇਸ ਤਰ੍ਹਾਂ ਮਿਹਨਤ ਕਰਦੇ ਨੇ ਤੇ ਬੜੇ ਹੀ ਖੁਸ਼ ਨੇ। ਇਸੇ ਤਰ੍ਹਾਂ ਇਕੱਲਾ ਇੱਕ ਬੱਚਾ ਨਹੀਂ, ਬੜੇ ਬੱਚਿਆਂ ਤੇ ਇਸ ਤਰ੍ਹਾਂ ਕਿਰਪਾ ਹੋਈ ਹੈ ਜਿਨ੍ਹਾਂ ਨੂੰ ਮਾਲਕ ਨੇ, ਜਿਹੜੇ ਖੋਜੀ ਸੀਗੇ, ਮਾਲਕ ਨੂੰ ਮਿਲਣ ਦੀ ਅੰਦਰੋਂ ਤਾਂਘ ਰੱਖਦੇ ਸੀ, ਉਹਨਾਂ ਨੂੰ ਮਾਲਕ ਨੇ ਇਹ ਸਮਝਾ ਦਿੱਤਾ ਤੇ ਉਹਨਾਂ ਨੂੰ ਇੱਕ ਵਾਰ 'ਚ ਸੁਣਨ ਤੇ ਹੀ ਸਮਝ ਆ ਜਾਂਦੀ ਹੈ ਇਸ ਗੱਲ ਦੀ, ਇਹ ਕਹਾਣੀ ਦੀ। ਤੇ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਗੁਰਮੁਖ ਪਿਆਰਿਓ ਇਸ ਕਹਾਣੀ ਦੀ, ਕਿਉਂਕਿ ਇਹ ਕੋਈ ਆਮ ਕਹਾਣੀ ਨਹੀਂ ਹੈ, ਆਮ ਖਜ਼ਾਨਾ ਨਹੀਂ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰੋਂ ਇਹ ਬਖਸ਼ਿਆ ਹੋਇਆ ਖਜ਼ਾਨਾ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਤੇ ਆਪਾਂ ਇਸ ਖਜ਼ਾਨੇ ਨੂੰ ਸੰਭਾਲਣ ਵਾਸਤੇ ਜਿਹੜੇ ਬੱਚੇ ਇਸ ਮਾਰਗ ਤੇ ਚੱਲ ਰਹੇ ਆ, ਉਹਨਾਂ ਬੱਚਿਆਂ ਨੂੰ ਪਹਿਲਾਂ ਮਾਲਕ ਸਿਮਰਨ ਕਰਵਾ ਕੇ ਉਹਨਾਂ ਦਾ ਜੋ ਭਾਂਡਾ ਹੈ, ਮਨ ਦਾ ਭਾਂਡਾ, ਉਹ ਪਹਿਲਾਂ ਸਾਫ਼ ਕਰਦੇ ਆ, ਪਵਿੱਤਰ ਕਰਦੇ ਨੇ, ਫਿਰ ਉਹਦੇ ਵਿੱਚ ਇਹ ਦਾਤ ਟਿਕਦੀ ਹੈ। ਨਹੀਂ ਤੇ ਅਗਰ ਮੈਲੇ ਭਾਂਡੇ ਵਿੱਚ ਦਾਤ ਪਾ ਦਿੱਤੀ ਗਈ ਤੇ ਉਹ ਬੱਚੇ ਸੰਭਾਲ ਨਹੀਂ ਪਾਉਂਦੇ। ਕੁਛ ਦੇਰ ਸਿਮਰਨ ਕਰਨਗੇ, ਨਾਮ ਜਪਣਗੇ, ਸੰਭਾਲਣਗੇ, ਫਿਰ ਉਹ ਛੱਡ ਜਾਂਦੇ ਇਸ ਮਾਰਗ ਨੂੰ। ਕਾਲ ਵੀ ਆਪਣਾ ਜਾਲ ਵਿਛਾ ਲੈਂਦਾ ਉਹਨਾਂ ਤੇ ਜ਼ਿਆਦਾ। ਤੇ ਹੁਣ ਕਈ ਗੁਰਮੁਖ ਦੱਸਦੇ ਨੇ ਕਿ ਬੜੇ ਸਾਲ ਪਹਿਲਾਂ ਅਸੀਂ ਇਸ ਮਾਰਗ ਤੇ ਚੱਲੇ ਸੀ, ਫਿਰ ਵਿੱਚ ਕੋਈ ਕਾਲ ਦਾ ਜ਼ੋਰ ਪੈ ਗਿਆ ਤੇ ਅਸੀਂ ਛੱਡ ਗਏ ਇਸ ਮਾਰਗ ਨੂੰ, ਫਿਰ ਵਾਪਿਸ ਉੱਥੇ ਹੀ ਆਉਣਾ ਪੈਣਾ ਗੁਰਮੁਖ ਪਿਆਰਿਓ। ਇਸ ਲਈ ਆਪਾਂ ਥੋੜਾ ਥੋੜਾ ਕਰਕੇ ਲੱਗੇ ਰਹੀਏ। ਕਾਲੀ ਦਾ ਮਾਰਗ ਨਹੀਂ ਹੈ, ਸਹਿਜ ਦਾ ਮਾਰਗ ਹੈ। ਬਸ ਇੱਕ ਆਸ ਅੰਦਰ ਜ਼ਰੂਰ ਰੱਖਣੀ ਹੈ ਕਿ ਜੋ ਨਾਮ ਹੈ, ਸਾਨੂੰ ਉਹਦੀ ਪਹਿਚਾਣ ਜ਼ਰੂਰ ਹੋਣੀ ਚਾਹੀਦੀ ਹੈ। ਤੇ ਥੋੜਾ ਥੋੜਾ ਰੋਜ਼ ਨਾਮ ਦੇ ਵਿੱਚ ਧਿਆਨ ਲਗਾਉਣ ਵਾਸਤੇ ਸਮਾਂ ਕੱਢੀ ਜਾਣਾ, ਚਾਹੇ ਸਵੇਰੇ ਚਾਹੇ ਰਾਤੀ, ਜਿਵੇਂ ਵੀ ਮਾਲਕ ਕਿਰਪਾ ਕਰਨ। ਜਿਨ੍ਹਾਂ ਬੱਚਿਆਂ ਨੂੰ ਨਾਮ ਦੀ ਪਹਿਚਾਣ ਹੋ ਗਈ ਹੈ, ਉਹਨਾਂ ਦੀ ਅਸੀਂ ਬਾਰ-ਬਾਰ ਕਹਿੰਦੇ ਭਗਤੀ ਇਹੀ ਹੈ ਕਿ ਨਾਮ ਨੂੰ ਰੋਜ਼ ਸੁਣਨਾ ਹੈ ਬੈਠ ਕੇ, ਆਪਣੇ ਪਿਤਾ ਦੀ ਆਵਾਜ਼ ਦੀ ਪਹਿਚਾਣ ਕਰਕੇ ਰੱਖਣੀ ਹੈ। ਕਿਉਂਕਿ ਅੰਤ ਸਮੇਂ ਇਹੀ ਆਵਾਜ਼ ਨੇ ਸਾਡਾ ਇਥੋਂ ਸੰਸਾਰ ਸਾਗਰ ਤੋਂ ਬੇੜਾ ਪਾਰ ਲੰਘਵਾਉਣਾ ਹੈ ਨਾ। ਇਹ ਸਾਨੂੰ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਨਾਮ ਕਿਉਂ ਸੁਣਦੇ ਹਾਂ ਅੰਦਰੋਂ, ਕਿਉਂ ਆਪਾਂ ਬੈਠ ਕੇ ਸਹਿਜ ਧੁਨ, ਅਨਹਦ ਸ਼ਬਦਾਂ ਨੂੰ ਸੁਣਨ ਵਾਸਤੇ ਕਹਿੰਦੇ ਹਾਂ। ਤੇ ਸੁਣਨੇ ਵੀ ਉਦੋਂ ਨੇ ਗੁਰਮੁਖ ਪਿਆਰੇ, ਜਦੋਂ ਸਾਡਾ ਮਨ ਪੂਰੀ ਤਰ੍ਹਾਂ ਪਹਿਲਾਂ ਫੁਰਨਿਆ ਰਹਿਤ ਹੋਇਆ। ਜਿਨ੍ਹਾਂ ਬੱਚਿਆਂ ਨੂੰ ਉਸ ਆਵਾਜ਼ ਦੀ ਪਹਿਚਾਣ ਵੀ ਹੋ ਚੁੱਕੀ ਹੈ ਨਾ, ਪੂਰਨ ਭਰੋਸਾ ਬਣ ਗਿਆ ਹੋਇਆ, ਤੇ ਕਈ ਵਾਰ ਵਿੱਚੋਂ ਨਾ ਵੀ ਸੁਣਦੀ ਹੈ, ਕਈ ਵਾਰ ਥੋੜਾ ਗੈਪ ਪੈ ਜਾਂਦਾ ਵਿੱਚ, ਪਰ ਆਪਾਂ ਫਿਰ ਵੀ ਟੈਨਸ਼ਨ 'ਚ ਨਹੀਂ ਜਾਣਾ, ਆਪਾਂ ਇਸ ਮਾਰਗ ਤੇ ਚੱਲੀ ਜਾਣਾ ਹੈ। ਗੁਰਮੁਖ ਪਿਆਰੇ ਦੱਸਦੇ ਨੇ ਕਿ ਜਦੋਂ ਸਾਨੂੰ ਇਸ ਤਰ੍ਹਾਂ ਨਾਮ ਸੁਣ ਰਿਹਾ ਹੁੰਦਾ ਨਾ, ਤੇ ਵਿੱਚੋਂ ਕਈ ਵਾਰ ਨਹੀਂ ਸੁਣਦਾ, ਤੇ ਸਾਡਾ ਮਨ ਕਈ ਵਾਰ ਕਾਹਲਾ ਪੈ ਜਾਂਦਾ ਜਾਂ ਟੈਨਸ਼ਨ ਵਿੱਚ ਹੋ ਜਾਂਦਾ ਹੈ। ਇਸ ਬਾਰੇ ਗੁਰਮੁਖ ਪਿਆਰਿਆਂ ਨੇ ਬੜੀ ਪਿਆਰੀ ਗੱਲ ਦੱਸੀ ਸੀ ਕਿ ਮਾਲਕ ਨਾ ਕਈ ਵਾਰ ਜਾਣ ਕੇ ਨਾ ਆਪਣਾ ਹੱਥ ਖਿੱਚ ਲੈਂਦੇ ਆ। ਪਹਿਲਾਂ ਆਪਣੀ ਇਹ ਦਾਤ ਦੇ ਕੇ ਨਾ ਥੋੜਾ ਜਿਹਾ ਹੱਥ ਖਿੱਚ ਕੇ ਦੇਖਦੇ ਆ ਕਿ ਹੁਣ ਬੱਚਾ ਤੜਪਦਾ ਹੈ ਇਸ ਦਾਤ ਤੋਂ ਬਿਨਾਂ ਕਿ ਲਾਪਰਵਾਹ ਹੋ ਜਾਂਦਾ ਆ।
ਉਹ ਵੀ ਸਾਡੀ ਚੈਕਿੰਗ ਹੀ ਹੁੰਦੀ ਹੈ। ਇੱਕ ਬੱਚਾ ਸੋਚਦਾ ਚੱਲ ਕੋਈ ਗੱਲ ਨਹੀਂ, ਜੇ ਨਹੀਂ ਸੁਣੀ ਤਾਂ ਕੁਛ ਨਹੀਂ ਹੁੰਦਾ, ਤੇ ਇੱਕ ਬੱਚਾ ਉਸ ਤੋਂ ਬਿਨਾਂ ਰਹਿੰਦਾ ਹੀ ਨਹੀਂ, ਵੀ ਮੈਂ ਹੁਣ ਨਾਮ ਤੋਂ ਬਿਨਾਂ, ਤੁਹਾਡੀ ਆਵਾਜ਼ ਸੁਣੇ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹੀ ਚੈੱਕ ਹੁੰਦਾ ਉਸ ਟਾਈਮ ਤੇ। ਹੁਣ ਆਪਾਂ ਥੋੜਾ ਥੋੜਾ ਕਰਕੇ ਰੋਜ਼ ਜਦੋਂ ਨਾਮ ਦੇ ਵਿੱਚ ਧਿਆਨ ਲਗਾਵਾਂਗੇ ਤੇ ਸਾਡਾ ਉਹ ਪਿਆਰ ਨਾਮ ਦੇ ਨਾਲ ਬਣਿਆ ਰਹੇਗਾ, ਕਿਉਂਕਿ ਧੱਕੇ ਦਾ ਮਾਰਗ ਨਹੀਂ ਹੈ ਗੁਰਮੁਖ ਪਿਆਰੋ, ਪਿਆਰ ਦਾ ਮਾਰਗ ਹੈ। ਕਈ ਵਾਰ ਆਪਾਂ ਬੈਠ ਕੇ ਧੱਕੇ ਨਾਲ ਧਿਆਨ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਅੰਦਰੋਂ ਅਨਹਦ ਸ਼ਬਦਾਂ ਨੂੰ ਸੁਣਨ ਲਈ ਬੜਾ ਜ਼ੋਰ ਲਾਉਂਦੇ ਹਾਂ। ਧੱਕੇ ਨਾਲ ਨਹੀਂ ਸੁਣਨੇ, ਪਿਆਰ ਨਾਲ ਸੁਣਨੇ ਜਦੋਂ ਵੀ ਸੁਣੇ। ਤੇ ਕਈ ਵਾਰ ਸਹਿਜ ਸੁਭਾਏ ਕੰਮ ਕਰਦੇ ਹੀ ਐਡੀ ਤੇਜ਼ ਮਾਲਕ ਦੀ ਆਵਾਜ਼ ਸੁਣਾਈ ਦਿੰਦੀ ਹੁੰਦੀ ਹੈ। ਇਹਦਾ ਮਤਲਬ ਸਾਡੇ ਹੱਥ ਨਹੀਂ ਹੈ ਨਾ, ਉਹ ਦਾਤ ਪਿਤਾ ਦੇ ਹੱਥ ਵਿੱਚ ਹੈ। ਆਪਾਂ ਸਿਰਫ ਪਿਆਰ ਪਾਣਾ ਉਸ ਦਾਤ ਦੇ ਨਾਲ। ਪਿਤਾ ਦੀ ਜਿਹੜੀ ਆਵਾਜ਼ ਹੈ, ਜਦੋਂ ਸੁਣੇ ਉਦੋਂ ਬੈਠ ਜਾਣਾ ਉਹਨਾਂ ਦੇ ਪਿਆਰ ਦੇ ਵਿੱਚ। ਹੁਣ ਕੱਲ ਜਿਵੇਂ ਆਪਾਂ ਸਵਾਸ ਨੂੰ ਰੋਕ ਰੋਕ ਕੇ ਸਿਮਰਨ ਕਰ ਰਹੇ ਸੀਗੇ, ਬਸ ਉਹੀ ਸਹੀ ਤਰੀਕਾ ਹੈ ਗੁਰਮੁਖ ਪਿਆਰਿਓ। ਕਿਉਂਕਿ ਮਨ ਸਾਡਾ ਜਦੋਂ ਸਵੇਰ ਹੁੰਦੀ ਹੈ, ਪਾਉਣ ਵਿੱਚ ਮਿਲਦਾ ਏ, ਤੇ ਨਾਲ ਹੀ ਇਹ ਪੰਜਾਂ ਦਾ ਸੰਗ ਸ਼ੁਰੂ ਹੋ ਜਾਂਦਾ ਉਹਦਾ, ਤੇ ਉਹਨਾਂ ਦਾ ਸਾਥੀ ਬਣ ਕੇ ਫੁਰਨਿਆਂ ਵਿੱਚ ਚਲਾ ਜਾਂਦਾ ਹੈ, ਦੂਰ ਨਿਕਲ ਜਾਂਦਾ ਹੈ, ਆਪਣੇ ਸਰੀਰ ਨੂੰ ਵੀ ਭੁੱਲ ਜਾਂਦਾ ਹੈ। ਵਾਪਿਸ ਆਪਾਂ ਇਹਨੂੰ ਸਹਿਜੇ ਸਹਿਜੇ ਸਿਮਰਨ ਜਦੋਂ ਸੁਣਨਾ ਸ਼ੁਰੂ ਕਰਦਾ ਵਾਹਿਗੁਰੂ ਗੁਰਮੰਤਰ, ਤੇ ਪਹਿਲਾਂ ਆਪਣੀ ਬੋਡੀ ਦੇ ਨੇੜੇ ਆਉਂਦਾ, ਦੂਰ ਗਿਆ ਹੋਇਆ ਮਨ ਜੋ ਹੈ। ਆਪਣੀ ਆਵਾਜ਼ ਵਿੱਚ ਕਿਉਂ ਧਿਆਨ ਲਗਾਉਂਦੇ ਆਪਾਂ, ਤਾਂ ਕਿ ਜੋ ਮਨ ਬਾਹਰ ਨਿਕਲ ਗਿਆ ਬੋਡੀ ਵਿੱਚੋਂ, ਫੁਰਨਿਆਂ ਵਿੱਚ ਬਿਖਰ ਗਿਆ, ਇਹਨੂੰ ਨੇੜੇ ਲਿਆਣਾ। ਫਿਰ ਸਵਾਸਾਂ ਦੇ ਵਿੱਚ ਪਹਿਲਾਂ ਲੈ ਕੇ ਆਉਂਦੇ ਆਪਾਂ, ਸਵਾਸ ਅੰਦਰ ਗਿਆ ਵਾਹੇ, ਬਾਹਰ ਆਇਆ ਗੁਰੂ, ਆਪਾਂ ਇਸ ਤਰ੍ਹਾਂ ਕਰਦੇ ਆ ਨਾ। ਫਿਰ ਉਸ ਤੋਂ ਬਾਅਦ ਸਹਿਜੇ ਸਹਿਜੇ ਆਪਣੀ ਆਵਾਜ਼ ਨੂੰ ਪਕੜਦਾ ਏ ਸਾਡਾ ਮਨ, ਸੁਣਦੇ ਸੁਣਦੇ ਹੋਰ ਸਹਿਜ ਬਣੇਗਾ ਮਨ ਦਾ। ਆਪਣੇ ਆਪ ਜਿਹੜੇ ਤ੍ਰੈ ਗੁਣਾਂ ਦੇ ਫੁਰਨੇ ਲੈ ਰਿਹਾ ਸੀ ਮਨ, ਉਹ ਰੁਕਣੇ ਸ਼ੁਰੂ ਹੋ ਜਾਣਗੇ, ਔਰ ਮਨ ਫਿਰ ਹੋਰ ਸਹਿਜ ਵਿੱਚ ਜਾ ਕੇ ਅੰਤਰਗਤ ਟਿਕ ਕੇ ਬੈਠੇਗਾ। ਫਿਰ ਇਸ ਤਰ੍ਹਾਂ ਹੀ ਆਪਾਂ ਕਰਦੇ ਹਾਂ ਨਾ ਸਿਮਰਨ। ਪਹਿਲਾਂ ਬਾਹਰ ਖਿੰਡਿਆ ਹੋਇਆ ਮਨ ਅੰਤਰਗਤ ਆਵੇ, ਅੰਤਰਗਤ ਆ ਕੇ ਸ਼ਬਦ ਨੂੰ ਪਕੜੇ, ਸ਼ਬਦ ਨੂੰ ਜਦੋਂ ਪਕੜ ਲਿਆ ਤੇ ਤ੍ਰੈ ਗੁਣਾਂ ਦੇ ਫੁਰਨੇ ਆਪਣੇ ਆਪ ਛੁੱਟ ਜਾਣੇ, ਫਿਰ ਇਹਦੇ ਘਟ ਜਾਣੇ ਆ ਫੁਰਨੇ। ਫਿਰ ਉਸ ਤੋਂ ਬਾਅਦ ਆਪਾਂ ਕੀ ਕੀਤਾ ਸੀ ਗੁਰਮੁਖ ਪਿਆਰਿਓ, ਆਪਾਂ ਫਿਰ ਆਪਣੀ ਸਵਾਸ ਨੂੰ ਰੋਕ ਰੋਕ ਕੇ ਸਿਮਰਨ ਕੀਤਾ ਸੀ, ਹਨਾ। ਵਾਹੇ ਬੋਲਿਆ, ਸਵਾਸ ਨੂੰ ਰੋਕ ਲਿਆ ਕੁਝ ਸਕਿੰਟਾਂ ਲਈ, ਫਿਰ ਗੁਰੂ, ਫਿਰ ਵਾਹੇ ਬੋਲਿਆ, ਸੁਰਤੀ ਪੂਰੀ ਕੰਨਾਂ ਦੇ ਅੰਦਰ ਰੱਖ ਲਈ, ਸਵਾਸ ਵੀ ਰੋਕ ਲਿਆ। ਜਿੰਨੀ ਦੇਰ ਸੁਰਤੀ ਕੰਨਾਂ 'ਚ, ਉਨੀ ਦੇਰ ਸਵਾਸ ਵੀ ਰੋਕਿਆ ਹੋਇਆ। ਇਸ ਤਰ੍ਹਾਂ ਜਦੋਂ ਆਪਾਂ ਕਰਦੇ ਹਾਂ, ਕਿਉਂਕਿ ਇਹ ਸਾਡੇ ਕੰਨਾਂ ਦੁਆਰਾ ਹੀ ਅੰਦਰੋਂ ਆਵਾਜ਼ ਸੁਣਨੀ ਸ਼ੁਰੂ ਹੋਣੀ ਹੈ। ਜੇ ਧਿਆਨ ਉੱਥੇ ਰੱਖਾਂਗੇ ਤਾਂ ਹੀ ਉੱਥੋਂ ਸਹਿਜੇ ਸਹਿਜੇ ਇਹ ਆਵਾਜ਼ਾਂ ਸ਼ੁਰੂ ਹੋਣਗੀਆਂ ਸੁਣਨੀਆਂ। ਚੱਲ ਤਾਂ ਗੁਰਮੁਖ ਪਿਆਰਿਓ ਸਾਡੇ ਅੰਦਰ 24 ਘੰਟੇ ਰਹੀਆਂ ਨੇ ਆਵਾਜ਼ਾਂ, ਮਾਲਕ ਦੇ ਮੁਖ ਦੀ ਆਵਾਜ਼ ਜੋ ਹੈ ਨਾਮ, ਜੋ ਕਨੇਰੇ ਸ਼ਬਦਾਂ ਦੇ ਰੂਪ ਵਿੱਚ ਸਾਡੇ ਅੰਦਰ ਚੱਲ ਰਹੀ ਆਵਾਜ਼। ਪਰ ਸਾਨੂੰ ਕਿਉਂ ਨਹੀਂ ਸੁਣਦੀ? ਕਿਉਂਕਿ ਸਾਡਾ ਮਨ ਬਾਹਰ ਮੁਖੀ ਹੋ ਗਿਆ, ਬਾਹਰ ਭੱਜਿਆ ਫਿਰਦਾ, ਦੌੜਾ ਫਿਰਦਾ ਏ, ਅੰਤਰਗਤ ਟਿਕ ਕੇ ਬੈਠਦਾ ਹੀ ਨਹੀਂ। ਇਹ ਆਵਾਜ਼ ਅੰਦਰ ਚੱਲ ਰਹੀ ਹੈ। ਹੁਣ ਅੰਦਰ ਵੀ ਗੁਰਮੁਖ ਪਿਆਰਿਓ ਕਿੱਥੇ? ਪਹਿਲਾਂ ਆਪਾਂ ਬੋਡੀ ਦੇ ਅੰਦਰ ਕਹਿ ਰਹੇ ਹਾਂ, ਇਹ ਜੋ ਖਾਲੀ ਖਲਾ ਸਪੇਸ ਹੈ ਸਾਡੀ ਬੋਡੀ ਦੇ ਅੰਦਰ ਵੀ ਹੈ ਔਰ ਬਾਹਰ ਵੀ ਹੈ। ਫਿਰ ਜਦੋਂ ਆਪਾਂ ਕੁਛ ਦੇਰ ਬਾਅਦ ਧਿਆਨ ਸਾਹਮਣੇ ਸੁਣਨ ਵਿੱਚ ਲਗਾ ਕੇ ਬੈਠਦੇ ਹਾਂ, ਇੱਥੋਂ ਵੀ ਸ਼ਬਦ ਸੁਣਦੇ ਨੇ, ਚਾਹੇ ਅੰਦਰ ਹੋਵੇ ਮਨ, ਚਾਹੇ ਬਾਹਰ ਹੋਵੇ। ਜਿਨ੍ਹਾਂ ਬੱਚਿਆਂ ਦੇ ਅੰਦਰ ਨਾਮ ਪ੍ਰਗਟ ਹੋ ਗਿਆ ਨਾ, ਉਹ ਹਰ ਜਗ੍ਹਾ ਉਹਨਾਂ ਨੂੰ ਸੁਣਾਈ ਦੇਗਾ। ਫਿਰ ਕੰਮਕਾਰ ਕਰਦੇ ਵੀ ਸੁਣਾਈ ਦੇਗਾ। ਪਰ ਪਹਿਲਾਂ ਜਿਹੜੇ ਬੱਚੇ ਅੰਤਰਗਤ ਜਾਣਾ ਸਿੱਖ ਗਏ, ਉਹਨਾਂ ਦੇ ਅੰਦਰ ਉਹ ਨਾਮ ਪ੍ਰਗਟ ਹੋਏਗਾ। ਨਹੀਂ ਤਾਂ ਗੁਰਮੁਖ ਪਿਆਰਿਓ, ਇਹ ਨਾਮ ਗੁਪਤ ਹੀ ਵਾਪਸ ਚਲਾ ਜਾਂਦਾ ਹੈ। ਦਸਮ ਦੁਆਰ ਖੁੱਲਿਆ ਹੀ ਨਹੀਂ ਉਹਨਾਂ ਬੱਚਿਆਂ ਦਾ। ਤੇ ਜੇ ਦਸਮ ਦੁਆਰ ਨਹੀਂ ਖੁੱਲਿਆ ਨਾ, ਤੇ ਫਿਰ ਤਾਂ ਜੂਨਾਂ ਵਿੱਚ ਹੀ ਚੱਕਰ ਮਾਰੀ ਜਾਏਗਾ ਮਨ ਸਾਡਾ। ਦਸਮ ਦੁਆਰ ਖੁੱਲਣ ਦੀ ਨਿਸ਼ਾਨੀ ਹੈ ਅੰਦਰੋਂ ਨਾਮ ਪ੍ਰਗਟ ਹੋਇਆ, ਅਨਹਦ ਸ਼ਬਦ ਸੁਣਨੇ ਸ਼ੁਰੂ ਹੋਏ, ਜਾਂ ਅੰਮ੍ਰਿਤ ਰਸ ਆਇਆ,
ਮੂੰਹ ਮਿੱਠਾ ਹੋਇਆ, ਕੰਠ ਵਿੱਚ ਬੂੰਦ ਬੂੰਦ ਕਰਕੇ ਅੰਮ੍ਰਿਤ ਰਸ ਆਣਾ ਸ਼ੁਰੂ ਹੋਏਗਾ। ਤੀਸਰੀ ਨਿਸ਼ਾਨੀ ਦਸਮ ਦੁਆਰ ਖੁੱਲਣ ਦੀ ਕਿਹੜੀ ਹੈ? ਸਾਨੂੰ ਪ੍ਰਕਾਸ਼ ਰੂਪ ਸਾਹਮਣੇ ਝਲਕਾਰੇ ਪੈਣਗੇ ਸਿਮਰਨ ਕਰਦਿਆਂ। ਨੇਤਰ ਬੰਦ ਨੇ, ਇਸ ਤਰ੍ਹਾਂ ਹੋਏਗਾ ਜਿਵੇਂ ਕੋਈ ਲਾਈਟ ਜਗਾ ਕੇ ਸਾਡੇ ਅੱਖਾਂ ਵਿੱਚ ਮਾਰ ਰਿਹਾ ਏ। ਇਸ ਤਰ੍ਹਾਂ ਸਾਹਮਣੇ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਇਆ ਕਰੇਗਾ। ਇਸ ਤਰ੍ਹਾਂ ਦੀ ਜਿਹੜੀਆਂ ਨਿਸ਼ਾਨੀਆਂ ਨੇ, ਇਹ ਦਸਮ ਦੁਆਰ ਖੁੱਲਣ ਦੀਆਂ ਨਿਸ਼ਾਨੀਆਂ ਨੇ। ਖੁਸ਼ਬੂਆਂ ਆਉਂਦੀਆਂ ਨੇ ਉੱਥੋਂ ਦੀਆਂ, ਜਿਹੜੀਆਂ ਆਪਾਂ ਇੱਥੇ ਕਦੀ, ਜਿਹੜੇ ਆਪਾਂ ਪਰਫਿਊਮ ਲਗਾਉਂਦੇ ਹਾਂ, ਉੱਦਾਂ ਦੀ ਕਦੀ ਆਪਾਂ ਉਹ ਸਮੈਲ ਹੀ ਨਹੀਂ ਇੱਥੇ ਦੇਖੀ, ਮਹਿਸੂਸ ਕੀਤੀ। ਉੱਦਾਂ ਦੀਆਂ ਉੱਥੋਂ ਖੁਸ਼ਬੂਆਂ ਆਉਂਦੀਆਂ ਨੇ। ਫਿਰ ਦਸਮ ਦੁਆਰ ਜਦੋਂ ਖੁੱਲਦਾ ਏ ਜਿਨ੍ਹਾਂ ਬੱਚਿਆਂ ਦਾ, ਉਹ ਖੋਲਣ ਵਾਸਤੇ ਹੀ ਆਪਾਂ ਹੁਣ ਬੈਠੇ ਹਾਂ। ਅੰਤਰਗਤ ਕਿੱਥੇ ਜਾਣਾ? ਅਬ ਸੁੰਨ ਵਿੱਚ, ਜਿੱਥੇ ਪਿਤਾ ਬੈਠੇ ਹੋਏ ਨੇ ਸਮਾਧੀ ਲਾ ਕੇ, ਤੇ ਜਿੱਥੇ ਪਿਤਾ ਬੈਠੇ ਉੱਥੇ ਪਿਤਾ ਦਾ ਨਾਮ ਹੈ, ਤੇ ਸਾਰੀਆਂ ਦਾਤਾਂ ਉੱਥੇ ਲੈ ਕੇ ਬੈਠੇ ਹੋਏ ਨੇ ਉਹ। ਸਾਡਾ ਮਨ ਜਦੋਂ ਸੁਣਨ ਚ ਜਾਏਗਾ, ਦਰ ਤੇ ਬੈਠੇਗਾ, ਤੇ ਦਰ ਤੇ ਬੈਠੇ ਹੋਏ ਬੱਚੇ ਤੇ ਖੁਸ਼ ਹੋ ਕੇ ਮਾਲਕ ਨੇ ਫਿਰ ਉਹ ਦਰ ਖੋਲ ਕੇ ਇੱਕ ਦਿਨ ਅੰਦਰ ਬੁਲਾਣਾ ਹੈ। ਫਿਰ ਜੇ ਬੱਚਾ ਦਰ ਤੇ ਟਿਕ ਕੇ ਨਹੀਂ ਬੈਠੇਗਾ ਤੇ ਫਿਰ ਪਿਤਾ ਕਿਵੇਂ ਅੱਗੇ ਲੈ ਕੇ ਜਾਣਗੇ? ਸੁੰਨ ਵਿੱਚੋਂ ਅੱਗੇ ਜਾਣਾ, ਨਿੱਜ ਘਰ ਮਹਿਲ ਵਿੱਚ, ਥਿਰ ਘਰ ਵਿੱਚ। ਹੁਣ ਉਸ ਵਾਸਤੇ ਆਪਾਂ ਸਾਰੇ ਬੱਚੇ ਇਕੱਤਰ ਹੋਏ ਆ ਕਿ ਸਾਡਾ ਮਨ ਸਭ ਤੋਂ ਪਹਿਲਾਂ ਦਰ ਤੇ ਬੈਠਣਾ ਸਿੱਖ ਜਾਵੇ। ਤੇ ਉੱਥੇ ਅਨਹਦ ਸ਼ਬਦ ਚੱਲ ਰਹੇ ਆ। ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਉੱਥੇ ਹੀ ਸਮਾ ਜਾਣਾ ਹੈ ਸੁੰਨ ਵਿੱਚ। ਫਿਰ ਅਗਲਾ ਰਸਤਾ ਜਿਵੇਂ ਮਾਲਕ ਕਿਰਪਾ ਕਰਨਗੇ, ਜਿਨ੍ਹਾਂ ਬੱਚਿਆਂ ਤੇ ਮਾਲਕ ਕਿਰਪਾ ਕਰਦੇ ਆ, ਫਿਰ ਉਹਨਾਂ ਨੂੰ ਦਰ ਖੋਲ ਕੇ ਅੰਦਰ ਪ੍ਰਵੇਸ਼ ਕਰਵਾਉਂਦੇ ਨੇ ਤੇ ਸਾਰਾ ਅੰਦਰਲਾ ਨਜ਼ਾਰਾ ਸਾਰਾ ਮਾਲਕ ਦਿਖਾ ਸਕਦੇ ਨੇ ਉਹਨਾਂ ਬੱਚਿਆਂ ਨੂੰ। ਕਿਉਂਕਿ ਉਹ ਸੁਰਤੀ ਦਾ ਖੇਡ ਹੈ ਗੁਰਮੁਖ ਪਿਆਰਿਓ। ਜਦੋਂ ਸਾਡੀ ਸੁਰਤੀ ਇਸ ਸਰੀਰ ਨੂੰ ਭੁੱਲ ਜਾਏਗੀ, ਇਹਨੂੰ ਛੱਡ ਕੇ, ਪਾਉਣ ਨੂੰ ਛੱਡ ਕੇ ਜਦੋਂ ਰੋਜ਼ ਸੁੰਨ ਚ ਬੈਠਿਆ ਕਰੇਗੀ ਨਾ ਆਸਣ ਲਗਾ ਕੇ, ਉਦੋਂ ਅਗਲੀ ਕਿਰਪਾ ਸ਼ੁਰੂ ਹੋਣੀ ਹੈ। ਇਸ ਲਈ ਇਕੱਲਾ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕਰਦੇ ਹੀ ਨਾ ਰਹਿ ਜਾਈਏ, ਅੱਗੇ ਵਧਣਾ ਇਸ ਮਾਰਗ ਤੇ ਅੱਗੇ ਵਧਣ ਵਾਸਤੇ ਸ਼ਬਦ ਦਾ ਸਹਾਰਾ। ਪਹਿਲਾਂ ਆਪਣੀ ਆਵਾਜ਼ ਦੇ ਵਿੱਚ ਧਿਆਨ ਲਗਾ ਲਗਾ ਕੇ ਸਿਮਰਨ ਕੀਤਾ ਤੇ ਸੁੰਨ ਵਿੱਚ ਗਏ। ਦੂਸਰੇ ਨੰਬਰ ਤੇ ਫਿਰ ਜਿਵੇਂ ਜਿਵੇਂ ਮਨ ਨਿਰਮਲ ਹੋਇਆ, ਫਿਰ ਮਾਲਕ ਨੇ ਆਪਣੀ ਆਵਾਜ਼ ਸੁਣਾ ਦੇਣੀ ਹੈ ਅੰਦਰੋਂ। ਫਿਰ ਉਹਨੂੰ ਸੁਣਨਾ ਬੈਠ ਕੇ, ਉਹਨੂੰ ਸੁਣਦੇ ਸੁਣਦੇ ਉਹਦੇ ਵਿੱਚ ਹੀ ਸਮਾ ਜਾਣਾ। ਇਸ ਤਰ੍ਹਾਂ ਗੁਰਮੁਖ ਪਿਆਰਿਓ ਖੇਡ ਨੂੰ ਪਿਆਰ ਨਾਲ ਸਮਝਣਾ ਔਰ ਨਾਲ ਨਾਲ ਪ੍ਰੈਕਟੀਕਲ ਕਰਨਾ। ਹੁਣ ਆਪਾਂ ਵੀ ਕੁਝ ਦੇਰ ਪਿਆਰ ਨਾਲ ਵਾਹਿਗੁਰੂ ਗੁਰ ਮੰਤਰ ਸ਼ਬਦ ਦਾ ਅਭਿਆਸ ਕਰਕੇ ਆਪਣੇ ਮਨ ਨੂੰ ਪੂਰਾ ਇਕਾਗਰ ਕਰ ਲਈਏ ਔਰ ਸੁੰਨ ਵਿੱਚ ਬਿਠਾ ਲਈਏ, ਆਸਣ ਲਵਾਈਏ ਮਨ ਦਾ, ਜਿੱਥੇ ਜਾ ਕੇ ਸਾਨੂੰ ਅਨਹਦ ਸ਼ਬਦ ਪ੍ਰਗਟ ਹੋ ਜਾਣ। ਧਿਆਨ ਪੂਰਾ, ਸੁਰਤੀ ਪੂਰੀ ਆਪਣੇ ਕੰਨਾਂ 'ਚ ਰੱਖ ਲੈਣੀ ਕੁਛ ਦੇਰ ਵਾਸਤੇ, ਤੇ ਉੱਥੋਂ ਬਹੁਤ ਤੇਜ਼ ਗੂੰਜ ਪੈਂਦੀ ਫਿਰ ਅੰਦਰ ਆਪਣੇ, ਜਦੋਂ ਆਪਾਂ ਸਵਾਸ ਨੂੰ ਰੋਕ ਰੋਕ ਕੇ ਸਰੀਰ ਨੂੰ ਢਿੱਲਾ ਛੱਡ ਦਿੰਦੇ ਹਾਂ ਨਾ ਪੂਰੀ ਤਰ੍ਹਾਂ, ਆਪਣੇ ਆਪ ਅੰਦਰੋਂ ਇਹ ਗੂੰਜ ਪੈਣੀ ਸ਼ੁਰੂ ਹੋ ਜਾਂਦੀ ਹੈ। ਬਸ ਉਹਦੇ ਵਿੱਚ ਧਿਆਨ ਲਾ ਲੈਣਾ ਬਸ, ਤੇ ਸੁਣ ਕੇ ਫਿਰ ਅਗਰ ਨੀਂਦ ਦੀ ਅਵਸਥਾ ਬਣ ਗਈ ਤੇ ਨੀਂਦ ਵਿੱਚ ਚਲੇ ਜਾਣਾ ਹੈ ਉੱਥੇ। ਤੀਸਰੀ ਅਵਸਥਾ ਕੀ ਹੈ ਗੁਰਮੁਖ ਪਿਆਰਿਓ, ਕਿ ਆਪਾਂ ਫਿਰ ਆਪਣਾ ਧਿਆਨ ਜਿਹੜਾ ਹੈ ਉਹ ਸੁੰਨ ਵਿੱਚੋਂ ਆਪਣੇ ਸਰੀਰ ਤੋਂ ਅੱਗੇ ਖਾਲੀ ਖਲਾਅ ਹੈ ਜੋ, ਉੱਥੇ ਧਿਆਨ ਆਪਣਾ ਇਕਾਗਰ ਕਰ ਲੈਣਾ, ਸਾਹਮਣੇ ਦੇਖਣਾ ਸ਼ੁਰੂ ਕਰ ਦੇਣਾ। ਕਦੇ ਅਨਹਦ ਸ਼ਬਦਾਂ ਨੂੰ ਸੁਣਿਆ, ਕਦੇ ਉੱਥੇ ਧਿਆਨ ਪੂਰਾ ਇਕਾਗਰ ਕਰਕੇ ਸਾਹਮਣੇ ਦੇਖਣਾ, ਮਹਿਸੂਸ ਕਰਨਾ ਸ਼ੁਰੂ ਕਰਤਾ। ਜੋ ਵੀ ਉਸ ਟਾਈਮ ਸਾਨੂੰ ਹਨੇਰਾ ਪ੍ਰਕਾਸ਼ ਨਜ਼ਰ ਆਉਂਦਾ ਨੇਤਰਾਂ ਦੇ ਅੱਗੇ ਕਰਕੇ, ਉਹਨੂੰ ਦੇਖੀ ਜਾਣਾ, ਮਹਿਸੂਸ ਕਰੀ ਜਾਣਾ। ਨੇਤਰ ਬੰਦ ਨੇ, ਧਿਆਨ ਦੁਆਰਾ ਕਰਨਾ ਹੈ, ਮਨ ਦੀ ਅੱਖ ਦੁਆਰਾ। ਪੂਰੀ ਮਨ ਦੀ ਇਕਾਗਰਤਾ ਬਣਾ ਕੇ ਬੈਠ ਜਾਣਾ ਉੱਥੇ। ਜੇ ਕੋਈ ਉੱਥੇ ਬੈਠਿਆਂ ਫੁਰਨਾ ਆਉਂਦਾ, ਪਾਉਣ ਨੂੰ ਰੋਕੀ ਜਾਣਾ, ਉਸੇ ਤਰੀਕੇ ਸੁਰਤੀ ਆਪਣੀ ਉੱਥੇ ਰੱਖ ਲੈਣੀ ਜਿਹੜੀ ਪਹਿਲਾਂ ਕੰਨਾਂ 'ਚ ਰੱਖੀ ਸੀ। ਬਸ ਇਹ 3 ਹੀ ਸਟੈਪ ਨੇ ਗੁਰਮੁਖ ਪਿਆਰਿਓ। ਪਹਿਲਾਂ ਵਾਹਿਗੁਰੂ ਗੁਰ ਮੰਤਰ ਸ਼ਬਦ, ਉਹਦਾ ਅਭਿਆਸ ਆਪਾਂ ਕਿਉਂ ਕੀਤਾ? ਤਾਂ ਕਿ ਸਾਡਾ ਮਨ ਜਿਹੜਾ ਖਾਲੀ ਹੋ ਜਾਏ, ਟਿਕ ਕੇ ਬੈਠ ਜਾਏ, ਜਿਹੜਾ ਦੌੜਾ ਫਿਰਦਾ ਫੁਰਨਿਆਂ 'ਚ। ਵਾਹਿਗੁਰੂ ਗੁਰ ਮੰਤਰ ਸ਼ਬਦ ਪਹਿਲੀ ਪੌੜੀ ਹੈ, ਜਿਹਨੂੰ ਪਾਰ ਕਰਨ ਦਾ
ਸਹੀ ਤਰੀਕਾ ਕੀ ਹੈ ਕਿ ਸਾਡਾ ਮਨ ਖੁਮਾਰੀ ਵਿੱਚ ਚਲਾ ਜਾਏ, ਸਹਿਜ ਵਿੱਚ ਆ ਜਾਏ, ਸਰੀਰ ਆਪਣਾ ਢਿੱਲਾ ਪੈ ਗਿਆ, ਬਾਹਰੋਂ ਸਾਡਾ ਬੋਲਣ ਨੂੰ ਮਨ ਨਹੀਂ ਕਰੂਗਾ ਵਾਹਿਗੁਰੂ ਸ਼ਬਦ, ਉਦੋਂ ਨਿਸ਼ਾਨੀ ਹੈ ਕਿ ਮਨ ਹੁਣ ਵਿਚਾਰਾ ਰਹਿਤ ਹੋ ਗਿਆ। ਫਿਰ ਮਨ ਦੂਜੀ ਸਟੇਜ ਤੇ ਪਹੁੰਚੇਗਾ। ਉੱਥੋਂ ਕੀ ਹੋਏਗਾ, ਅਨਹਦ ਸ਼ਬਦ ਸੁਣਨੇ ਸ਼ੁਰੂ ਹੋਣਗੇ, ਪਿਤਾ ਦੀ ਆਵਾਜ਼। ਮਨ ਜਦੋਂ ਸਹਿਜ ਵਿੱਚ ਚਲਾ ਗਿਆ, ਸੁਣਨ ਚ ਚਲਾ ਗਿਆ ਅੰਤਰਗਤ, ਫਿਰ ਉਹ ਅਨਹਦ ਸ਼ਬਦਾਂ ਨੂੰ ਕੁਝ ਮਿੰਟਾਂ ਲਈ ਸੁਣਨਾ ਬੈਠ ਕੇ ਪਿਆਰ ਨਾਲ। ਕੋਈ ਫੁਰਨਾ ਨਾ ਆਵੇ, ਆਪਣੀ ਪੌਣ ਨੂੰ ਅੰਤਰਗਤ ਹੀ ਰੋਕੀ ਜਾਣਾ। ਸਵਾਸ ਨੱਕ ਰਾਹੀਂ ਚੱਲੇਗਾ ਉਸ ਟਾਈਮ, ਕਿਉਂਕਿ ਬਾਹਰੋਂ ਮੁਖ ਬੰਦ ਹੋ ਗਿਆ, ਸਰੀਰ ਦਾ ਰੋਲ ਖਤਮ ਹੋ ਗਿਆ। ਪੌਣ ਨੱਕ ਰਾਹੀਂ ਅੰਦਰ ਗਈ, ਉਹਨੂੰ ਰੋਕ ਲਿਆ 1-2 ਸਕਿੰਟ ਲਈ। ਨੱਕ ਰਾਹੀਂ ਹੀ ਬਾਹਰ ਨੂੰ ਫਿਰ ਖਾਲੀ ਕਰ ਦੇਣੀ ਹੈ। ਜੇ ਕੋਈ ਫੁਰਨਾ ਆਇਆ ਤਾਂ ਇਹ ਕਿਰਿਆ ਕਰਨੀ ਹੈ, ਨਹੀਂ ਤਾਂ ਅਗਰ ਮਨ ਦਾ ਸਹਿਜ ਬਣਿਆ ਹੋਇਆ ਪੂਰੀ ਤਰ੍ਹਾਂ ਖੁਮਾਰੀ ਚੜੀ ਹੋਈ ਹੈ ਔਰ ਅਨਹਦ ਸ਼ਬਦ ਪ੍ਰਗਟ ਨੇ, ਫਿਰ ਤਾਂ ਸੁਣੀ ਜਾਣਾ ਬੈਠ ਕੇ ਉਹਨਾਂ ਨੂੰ ਪਿਆਰ ਨਾਲ। ਬਸ ਸੁਣਦੇ ਸੁਣਦੇ ਅਗਰ ਨੀਂਦ ਆਈ ਉਹਦੇ ਚ ਸਮਾ ਜਾਣਾ, ਨਹੀਂ ਤੇ ਧਿਆਨ ਆਪਣਾ ਹੋਰ ਵੀ ਅੱਗੇ ਲੈ ਕੇ ਜਾਣਾ। ਤੀਸਰੀ ਸਟੇਜ ਤੇ ਸਰੀਰ ਤੋਂ ਅਲੱਗ ਕਰ ਦੇਣਾ, ਧਿਆਨ ਆਪਣਾ ਮਨ ਸਾਹਮਣੇ ਦੇਖਦੇ ਦੇਖਦੇ ਫਿਰ ਉੱਥੇ ਹੀ ਸਮਾ ਜਾਣਾ, ਦੇਖਦੇ ਦੇਖਦੇ। ਬਸ ਇਹੀ ਹੈ ਗੁਰਮੁਖ ਪਿਆਰਿਓ, ਕਿਉਂਕਿ ਸਾਡੀ ਜੋ ਮੰਜ਼ਿਲ ਹੈ ਉਹ ਪ੍ਰਕਾਸ਼ ਹੈ, ਤੇ ਸਾਹਮਣੇ ਪ੍ਰਕਾਸ਼ ਹੀ ਪ੍ਰਕਾਸ਼ ਜਦੋਂ ਸਾਨੂੰ ਪੂਰਾ ਮਹਿਸੂਸ ਹੋਇਆ, ਪਹਿਲਾਂ ਮਹਿਸੂਸ ਹੋਏਗਾ ਸ਼ੁਰੂਆਤ ਵਿੱਚ, ਫਿਰ ਸੱਚੀ ਮੁੱਚੀ ਇੱਥੇ ਦਰਸ਼ਨ ਹੋਣਗੇ। ਅੱਖਾਂ ਖੁੱਲੀਆਂ ਨਾਲ ਵੀ ਹੋਇਆ ਕਰਨਗੇ, ਅੱਖਾਂ ਬੰਦ ਨਾਲ ਵੀ ਹੋਇਆ ਕਰਨਗੇ, ਜਦੋਂ ਪਿਆਰ ਪੈ ਗਿਆ ਇੱਥੇ ਸਾਹਮਣੇ। ਇਹੀ ਏਰੀਆ ਜੋ ਹੈ, ਇਸ ਨੂੰ ਹੀ ਗੁਰਬਾਣੀ ਗੁਰੂ ਦੇ ਮੁਤਾਬਿਕ ਦਰਗਾਹ, ਸੱਚਖੰਡ, ਬੇਗਮਪੁਰਾ ਸ਼ਹਿਰ, ਨਿਜ ਘਰ ਮਹਿਲ, ਥਿਰ ਘਰ, ਇਹ ਇੱਥੋਂ ਹੀ ਸ਼ੁਰੂ ਹੋ ਗਿਆ ਜਿੱਥੋਂ ਸਾਡੇ ਨੇਤਰ ਸ਼ੁਰੂ ਹੋ ਗਏ। ਮੇਰੇ ਵਾਸਤੇ ਮੇਰੇ ਨੇਤਰਾਂ ਕੋਲੋਂ ਸ਼ੁਰੂ ਹੋ ਗਿਆ ਇਹ ਵਾਲਾ ਦਰ, ਇਹ ਵਾਲਾ ਘਰ। ਤੁਹਾਡੇ ਵਾਸਤੇ ਆਪਣੇ ਆਪਣੇ ਸਰੀਰ ਤੋਂ ਸ਼ੁਰੂ ਹੋ ਗਿਆ, ਨੇਤਰਾਂ ਤੋਂ, ਕਿਉਂਕਿ ਇਹ ਸਾਡੇ ਸਾਰਿਆਂ ਦੇ ਮਨ ਦਾ ਸਾਂਝਾ ਘਰ ਹੈ ਨਾ। ਤੇ ਕਿੰਨਾ ਵੱਡਾ ਘਰ ਹੈ, ਆਪਾਂ ਕਿੰਨੀ ਕਿੰਨੀ ਦੂਰ ਬੈਠੇ ਆ ਦੇਖੋ, ਤੇ ਇਹ ਕਿੰਨਾ ਵੱਡਾ ਮਾਲਕ ਦਾ ਘਰ ਆ, ਜਿਹਦੇ ਵਿੱਚ ਆਪਾਂ ਸਾਰੇ ਸਵਾਸ ਲੈ ਰਹੇ ਹਾਂ। ਜੋ ਵੀ ਆਪਾਂ ਚੰਗਾ ਬੁਰਾ ਕਰ ਰਹੇ ਹਾਂ ਗੁਰਮੁਖ ਪਿਆਰਿਓ, ਇਹਨੂੰ ਹੀ ਸੱਚਖੰਡ ਆਖਿਆ। ਇਹ ਜੋ ਖਾਲੀ ਖਲਾ ਸਪੇਸ ਹੈ ਨਾ, ਆਪਾਂ ਇਹਦੇ ਵਿੱਚ ਹੀ ਤੁਰੇ ਫਿਰਦੇ ਹਾਂ। ਸਾਡੇ ਆਕਾਰ ਜਿਹੜੇ ਨੇ, ਸਰੀਰ ਨੇ ਸਾਡੇ, ਇਹ ਸੱਚਖੰਡ ਵਿੱਚ ਹੀ ਤੁਰੇ ਫਿਰਦੇ ਨੇ। ਤਾਂ ਹੀ ਤੇ ਜਿੱਧਰ ਨੂੰ ਮਰਜ਼ੀ ਆਪਾਂ ਮੂੰਹ ਕਰ ਲਈਏ, ਚਾਹੇ ਲੇਟ ਜਾਈਏ, ਪੁੱਠੇ ਹੋ ਕੇ, ਪਾਸਾ ਲੈ ਕੇ, ਜਿੱਦਾਂ ਮਰਜ਼ੀ, ਤੇ ਹਰ ਜਗ੍ਹਾ ਸਾਨੂੰ ਸਵਾਸ ਆ ਰਿਹਾ, ਤੇ ਹਰ ਜਗ੍ਹਾ ਸਾਡਾ ਰਿਕਾਰਡ ਲਿਖਿਆ ਜਾ ਰਿਹਾ। ਤੇ ਰਿਕਾਰਡ ਕਿਸ ਚੀਜ਼ ਦਾ ਲਿਖਿਆ ਜਾ ਰਿਹਾ, ਜੋ ਅਸੀਂ ਸੋਚਦੇ ਹਾਂ, ਜੋ ਸਾਡਾ ਮਨ ਫੁਰਨੇ ਲੈਂਦਾ ਹੈ, ਉਹ ਲਿਖਿਆ ਜਾ ਰਿਹਾ ਹੈ। ਬਾਹਰਲਾ ਕਰਮ ਨਹੀਂ ਕਈ ਵਾਰ ਮਾਲਿਕ ਦੇਖਦੇ, ਸਾਡੀ ਸੋਚ ਦੇ ਮੁਤਾਬਿਕ ਸਾਡੇ ਫੈਸਲੇ ਹੋਣੇ ਆ, ਇਹ ਵੀ ਅਸੀਂ ਬਾਰ-ਬਾਰ ਰੋਜ਼ ਰਿਪੀਟ ਕਰ ਰਹੇ ਹਾਂ। ਮਾਲਕ ਨੇ ਸਾਡੀ ਨੀਅਤ ਔਰ ਸਾਡੀ ਸੋਚ ਦੇ ਮੁਤਾਬਿਕ ਸਾਡੇ ਅਗਲੇ ਰਸਤੇ ਖੋਲਣੇ ਨੇ। ਇਸੇ ਲਈ ਸਿਮਰਨ ਕਰਨ ਲੱਗਿਆ ਇੱਕੋ ਇੱਕ ਆਸ ਆਪਾਂ ਜਿਹੜੀ ਲੈ ਕੇ ਬੈਠਾਂਗੇ ਨਾ, ਉਹ ਇਹੀ ਹੈ ਕਿ ਸਾਨੂੰ ਇਸ ਜਨਮ 'ਚ ਤੁਹਾਡਾ ਮਿਲਾਪ ਚਾਹੀਦਾ ਹੈ। ਹੋਰ ਕੋਈ ਮਨਸਾ, ਹੋਰ ਕੋਈ ਆਸ ਲੈ ਕੇ ਨਹੀਂ ਬੈਠਣਾ ਇੱਥੇ। ਜੇ ਦੁਨਿਆਵੀ ਕੋਈ ਦੁੱਖ ਤਕਲੀਫ ਹੈ, ਆਪਾਂ ਉਹੀ ਮੰਗੀ ਗਏ, ਥੋੜਾ ਬਹੁਤਾ ਤਾਂ ਗੁਰਮੁਖ ਪਿਆਰਿਓ ਜਾਇਜ਼ ਹੈ। ਪਰ ਜੇ ਆਪਾਂ ਹਰ ਵੇਲੇ ਮੰਗਦੇ ਹੀ ਦੁਨਿਆਵੀ ਰਹੇ, ਕਿਉਂਕਿ ਉਹਨਾਂ ਬੱਚਿਆਂ ਨੂੰ ਭਰੋਸਾ ਨਹੀਂ ਹੁੰਦਾ ਜਿਹੜੇ ਬਾਰ-ਬਾਰ ਫਾਲਤੂ ਅਰਦਾਸਾਂ ਬੇਨਤੀਆਂ ਕਰਦੇ ਨੇ, ਕਿ ਸ਼ਾਇਦ ਮਾਲਕ ਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਦੁਖੀ ਹਾਂ। ਮਾਲਕ ਤਾਂ ਗੁਰਮੁਖ ਪਿਆਰਿਓ ਘਟ-ਘਟ ਕੇ ਅੰਤਰ ਕੀ ਜਾਣਦੇ ਨੇ, ਸਾਰਿਆਂ ਦੀ ਜਾਣਦੇ ਨੇ। ਉਹ ਸਾਡੇ ਆਪਣੇ ਕੋਈ ਕਰਮ ਰੋਗ ਹੁੰਦੇ ਨੇ ਜਿਹੜੇ ਸਾਡੇ ਅੱਗੇ ਆਉਂਦੇ ਆ, ਤੇ ਕਈ ਵਾਰ ਉਹ ਅਰਦਾਸਾਂ ਕਰਨ ਤੇ ਵੀ ਠੀਕ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕਿਉਂਕਿ ਫਿਰ ਉੱਥੇ ਸਾਨੂੰ ਸਮਝਣਾ ਚਾਹੀਦਾ ਆ ਕਿ ਮੇਰੇ ਪਿਛਲੇ ਜਨਮਾਂ ਦਾ ਕੋਈ ਕੀਤਾ ਹੋਇਆ ਮੇਰਾ ਆਪਣਾ ਕਰਮ ਹੀ ਅੱਗੇ ਆਇਆ, ਇਹਦੇ 'ਚ ਮਾਲਕ ਦਾ ਦੋਸ਼ ਨਹੀਂ ਹੈ। ਤੇ ਫਿਰ ਸਾਨੂੰ ਮੰਨ ਲੈਣਾ ਚਾਹੀਦਾ ਹੱਸ ਕੇ ਉਸ ਗੱਲ ਨੂੰ, ਉਸ ਜੋ ਵੀ ਦੁੱਖ ਆਇਆ, ਤਕਲੀਫ ਆਈ, ਮਾਲਕ ਕੋਲੋਂ ਉਸ ਚੀਜ਼ ਦੀ ਇਹ ਦਾਤ ਮੰਗੋ ਕਿ ਮੇਰਾ ਇਹ ਕਰਮ ਰੋਗ ਇਸ ਜਨਮ ਵਿੱਚ ਹੀ ਇੱਥੇ ਕਲੀਅਰ ਕਰ ਦਿਓ, ਮੈਂ ਅੱਗੋਂ ਹੁਣ ਨਹੀਂ ਜੂਨਾਂ 'ਚ ਜਾਣਾ ਚਾਹੁੰਦਾ। ਆਪਾਂ ਇਹ ਅਰਦਾਸ ਕਰਨੀ ਹੁੰਦੀ, ਜੇ ਕਰਨੀ ਹੁੰਦੀ ਹੈ।
ਜਿਵੇਂ ਹੁਣ ਗੁਰਮੁਖ ਪਿਆਰੇ ਸਾਡੇ ਮਾਤਾ ਜੀ ਸੀਗੇ, ਉਹ ਪੂਰਾ ਸਾਲ ਪੈਰਾਲਾਈਜ਼ਡ ਰਹੇ ਨੇ ਤੇ ਪੂਰਾ ਸਾਲ ਬੈੱਡ ਤੇ ਰਹੇ ਆ ਉਹ। ਤੇ ਕਿੰਨੀ ਸੋਚ ਦਾ ਫ਼ਰਕ ਹੈ ਗੁਰਮੁਖ ਪਿਆਰਿਓ, ਜਿਹੜੇ ਜਿਨ੍ਹਾਂ ਨੂੰ ਇਹ ਸੱਚ ਦਾ ਗਿਆਨ ਨਹੀਂ ਹੁੰਦਾ ਨਾ, ਉਹ ਸਿਮਰਨ ਕਰਕੇ ਬਾਣੀ ਪੜ੍ਹ ਕੇ ਮਾਲਕ ਨੂੰ ਇਹ ਬੇਨਤੀਆਂ ਕਰਦੇ ਨੇ ਕਿ ਇਹਨਾਂ ਦਾ ਇਹ ਰੋਗ ਠੀਕ ਕਰ ਦਿਓ ਤੁਸੀਂ, ਹਨਾ। ਮਾਲਕ ਨੂੰ ਇਹ ਬੇਨਤੀ ਕਰਨਗੇ ਜੇ ਕਰਨਗੇ। ਤੇ ਗੁਰਮੁਖਾਂ ਦਾ ਕਿੰਨਾ ਜ਼ਿਆਦਾ ਫ਼ਰਕ ਹੈ। ਉਹ ਜਦੋਂ ਆਏ, ਅਸੀਂ ਲੈ ਕੇ ਗਏ ਆਪਣੇ ਮਾਤਾ ਜੀ ਕੋਲ, ਤੇ ਭਾਈ ਸਾਹਿਬ ਨੇ ਦ੍ਰਿਸ਼ਟੀ ਪਾ ਕੇ ਸਿਮਰਨ ਕੀਤਾ ਤੇ ਕਰਵਾਇਆ ਉਹਨਾਂ ਨੂੰ ਸਿਮਰਨ। ਸਾਡੇ ਮਾਤਾ ਜੀ ਨੂੰ ਕਹਿੰਦੇ ਤੁਸੀਂ ਅੱਖਾਂ ਬੰਦ ਕਰਕੇ ਸਾਹਮਣੇ ਦੇਖੋ, ਤੁਹਾਨੂੰ ਕੀ ਮਹਿਸੂਸ ਹੁੰਦਾ ਅੱਖਾਂ ਦੇ ਅੱਗੇ। ਤੇ ਸਾਡੇ ਮਾਤਾ ਜੀ ਕਹਿੰਦੇ ਸਾਨੂੰ ਨਾ ਚਾਨਣਾ ਮਹਿਸੂਸ ਹੁੰਦਾ ਏ। ਤੇ ਬੜਾ ਖੁਸ਼ ਹੋਏ ਗੁਰਮੁਖ, ਇਹਨਾਂ ਨੂੰ ਹਨੇਰਾ ਨਹੀਂ ਮਹਿਸੂਸ ਹੁੰਦਾ, ਚਾਨਣ ਦਿਸਦਾ ਸਾਹਮਣੇ। ਉਹ ਕਹਿੰਦੇ ਬਸ ਇਹਨੂੰ ਦੇਖਦੇ ਹੋਏ ਤੁਸੀਂ ਬੋਲੋ ਵਾਹਿਗੁਰੂ। ਇਹ ਸਾਹਮਣੇ ਦੇਖਦੇ ਦੇਖਦੇ ਤੁਸੀਂ ਏਦਾਂ ਲੰਮੇ ਪਏ ਪਏ ਸਿਮਰਨ ਕਰਿਆ ਕਰੋ। ਤੇ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਪਾਂ ਇਹ ਨਹੀਂ ਕਹਿਣਾ ਕਿ ਇਹਨਾਂ ਨੂੰ ਠੀਕ ਕਰ ਦਿਓ, ਕਿਉਂਕਿ ਆਪਾਂ ਮਾਲਕ ਦੇ ਬੱਚੇ ਆ। ਮਾਲਕ ਨੇ ਉਹਨਾਂ ਨੂੰ ਜੇ ਵਾਲਾ ਕਸ਼ਟ ਲਿਆਂਦਾ ਤੇ ਕੋਈ ਪਿਛਲਾ ਕੱਟਿਆ ਜਾਣਾ ਇਹਨਾਂ ਦਾ। ਤੇ ਤੁਸੀਂ ਇਹ ਬੇਨਤੀ ਕਰੋ ਕਿ ਇਹਨਾਂ ਦਾ ਜਿਹੜਾ ਕੋਈ ਪਿਛਲਾ ਕੀਤਾ ਹੋਇਆ ਕਰਮ ਰੋਗ ਅੱਗੇ ਆ ਗਿਆ, ਤੇ ਤੁਸੀਂ ਇਸ ਜਨਮ 'ਚ ਉਹ ਕਲੀਅਰ ਕਰ ਦਿਓ। ਤੇ ਗੁਰਮੁਖ ਪਿਆਰਿਓ ਸੱਚੀ ਏਦਾਂ ਹੀ ਹੋਇਆ। ਮਾਲਕ ਨੇ ਐਂਡ ਵਾਲੇ ਸਵਾਸਾਂ ਤੇ ਜਿਸ ਦਿਨ ਜਾਣਾ ਸੀ ਸਾਡੇ ਮਾਤਾ ਜੀ ਨੇ, ਮਾਲਕ ਨੇ ਬੜੀ ਵੱਡੀ ਸੇਵਾ ਲਈ। ਕਿੰਨੇ ਘੰਟੇ ਉਹਨਾਂ ਦੇ ਕੋਲ ਬੈਠ ਕੇ ਲਗਾਤਾਰ ਸਿਮਰਨ ਕਰਵਾਇਆ ਗਿਆ ਉਹਨਾਂ ਨੂੰ। ਤੇ ਮੁਖ ਖੁੱਲਾ ਸੀ ਥੋੜਾ ਜਿਹਾ ਬਸ, ਤੇ ਸਵਾਸ ਚੱਲ ਰਹੇ ਸੀ ਤੇ ਲਗਾਤਾਰ ਸਿਮਰਨ ਚੱਲਿਆ। ਕਿੰਨੇ ਘੰਟੇ, 4-5 ਘੰਟੇ। ਤੇ ਇਹ ਸਾਰਿਆਂ ਦਾ ਨਹੀਂ ਏਦਾਂ ਹੁੰਦਾ। ਤੇ ਉਹ ਵਾਕਈ ਕਲੀਅਰ ਕੀਤਾ ਗੁਰਮੁਖਾਂ ਨੇ। ਤੇ ਕਿੰਨੀ ਸੋਹਣਾ ਸਾਨੂੰ ਜੁਗਤੀ ਦੱਸ ਦਿੱਤੀ ਉਹਨਾਂ ਨੇ ਕਿ ਇਹ ਨਾ ਮੰਗੋ ਕਿ ਇਹ ਠੀਕ ਹੋ ਜਾਣ, ਜਾਣਾ ਤਾਂ ਇੱਕ ਦਿਨ ਹੈ ਹੀ ਹੈ ਸੰਸਾਰ ਤੋਂ, ਪਰ ਪਿਛਲਾ ਸਾਰਾ ਇਹਨਾਂ ਦਾ ਕਲੀਅਰ ਹੋ ਜਾਵੇ, ਪੂਰਾ ਸ਼ੁੱਧ ਹੋ ਕੇ ਨਿਖਰ ਕੇ ਜਾਣ ਹੁਣ ਆਪਣੇ ਘਰ ਪਿਤਾ ਦੇ ਕੋਲ। ਤੇ ਜਦੋਂ ਵੀ ਉਹ ਕਹਿੰਦੇ ਲੈ ਕੇ ਗਏ ਤੇ ਇਹਨਾਂ ਨੂੰ ਪ੍ਰਕਾਸ਼ ਦੇ ਵਿੱਚੋਂ ਦੀ ਹੀ ਮਾਲਕ ਲੈ ਕੇ ਜਾਣਗੇ। ਤੇ ਇਹ ਜਿਹੜੀ ਸੇਵਾ ਉਹਨਾਂ ਨੇ ਲਈ ਹੈ ਮਾਲਕ ਨੇ, ਇਹ ਪੂਰੀ ਨਿਸ਼ਾਨੀ ਹੈ ਗੁਰਮੁਖ ਪਿਆਰਿਓ ਕਿ ਜ਼ਰੂਰ ਉਹਨਾਂ ਦਾ ਪਾਰ ਉਤਾਰਾ ਹੋਇਆ। ਮਾਲਕ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਦਰ ਤੇ। ਇਹ ਸਾਨੂੰ ਬੜੀ ਵੱਡੀ ਖੁਸ਼ੀ ਹੈ ਕਿ ਮਾਲਕ ਏਦਾਂ ਆਪਣੇ ਬੱਚਿਆਂ ਦੀ ਸੇਵਾ ਆਪ ਲੈ ਲੈਂਦੇ ਨੇ। ਆਪਣੇ ਸੰਜੋਗੀਆਂ ਦਾ ਭਲਾ ਗੁਰਮੁਖ ਪਿਆਰਿਓ ਆਪਾਂ ਏਦਾਂ ਹੀ ਕਰ ਸਕਦੇ ਹਾਂ, ਜੇ ਸਾਨੂੰ ਆਪ ਪਹਿਲਾਂ ਸੋਝੀ ਹੋਏਗੀ। ਸਾਨੂੰ ਇਹ ਜੋ ਮਾਲਕ ਤਰੀਕੇ ਸਿਖਾ ਰਹੇ ਨੇ, ਗੁਰਮੁਖ ਪਿਆਰੇ ਦੱਸਦੇ ਨੇ ਕਿ ਜੇ ਤੁਸੀਂ ਆਪਣੇ ਕਿਸੇ ਸੰਜੋਗੀ ਦਾ, ਆਪਣੇ ਰਿਸ਼ਤੇਦਾਰ ਦਾ ਜਿਹੜਾ ਤੁਹਾਨੂੰ ਬਹੁਤ ਪਿਆਰਾ ਲੱਗਦਾ, ਤੁਸੀਂ ਉਹਦਾ ਭਲਾ ਕਰਨਾ ਚਾਹੁੰਦੇ ਹੋ ਨਾ ਜਾਣ ਲੱਗੇ ਦਾ, ਤੇ ਭਲਾ ਤਾਂ ਸਿਰਫ ਨਾਮ ਨਾਲ ਹੀ ਹੋ ਸਕਦਾ ਹੈ। ਉਹਨੂੰ ਜਾਣ ਲੱਗਿਆ ਆਪਾਂ ਹੋਰ ਕੁਝ ਨਹੀਂ ਦੇ ਸਕਦੇ ਨਾਮ ਤੋਂ ਇਲਾਵਾ। ਤੇ ਆਪਾਂ ਕੀ ਕਰਨਾ ਹੁੰਦਾ ਹੈ, ਉਸ ਰੂਹ ਜਿਹੜੀ ਜਾਣ ਲੱਗਦੀ ਹੈ, ਜਿਹਦੇ ਸਵਾਸਾਂ ਦਾ ਧਨ ਖਤਮ ਹੋਇਆ, ਆਪਾਂ ਉਹਦੇ ਕੋਲ ਬੈਠ ਕੇ ਦੱਬ ਕੇ ਸਿਮਰਨ ਕਰਨਾ ਹੁੰਦਾ ਤੇ ਉਹਨੂੰ ਕਹਿਣਾ ਹੁੰਦਾ ਕਿ ਆਵਾਜ਼ 'ਚ ਧਿਆਨ ਲਗਾ ਲਾ ਬਸ, ਤੇ ਤੂੰ ਸੁਣੀ ਜਾ। ਐਂਡ ਵਾਲੇ ਸਵਾਸਾਂ ਤੇ ਆਪਾਂ ਉਸ ਬੱਚੇ ਦਾ ਏਦਾਂ ਭਲਾ ਕਰ ਸਕਦੇ ਹਾਂ। ਫਿਰ ਜਦੋਂ ਸਿਮਰਨ ਕਰਦੇ ਕਰਦੇ ਉਹਦਾ ਧਿਆਨ ਪੂਰਾ ਸਵਾਸਾਂ ਦੇ ਅੰਦਰ ਹੈ, ਤੇ ਉਹ ਬੱਚੇ ਦਾ ਬੜਾ ਵੱਡਾ ਭਲਾ ਹੁੰਦਾ, ਛੂਟ ਮਿਲਦੀ ਹੈ ਉਸ ਬੱਚੇ ਨੂੰ। ਤੇ ਮਾਲਕ ਜਦੋਂ ਫਿਰ ਉੱਥੇ ਬਿਠਾ ਕੇ ਏਦਾਂ ਸੇਵਾ ਲੈਂਦੇ ਆ, ਤੇ ਫਿਰ ਬਾਅਦ ਵਿੱਚ ਜਦੋਂ ਅੰਤਿਮ ਅਰਦਾਸ ਹੁੰਦੀ ਹੈ ਤੇ ਆਪਾਂ ਵੀ ਸੁਰਤੀ ਦੁਆਰਾ ਉੱਥੇ ਇਹ ਅਰਦਾਸ ਕਰਨੀ ਹੁੰਦੀ ਹੈ। ਜਿਵੇਂ ਉਸ ਬੱਚੇ ਦਾ ਸਰੀਰ ਨੂੰ ਨਵਾਇਆ ਧਵਾਇਆ ਜਾਂਦਾ ਹੈ, ਫਿਰ ਲੈ ਕੇ ਜਾਂਦੇ ਕ੍ਰਿਮੇਸ਼ਨ ਤੇ ਉਹਨੂੰ ਅਗਨ ਭੇਟ ਕਰਨ ਵਾਸਤੇ, ਉਦੋਂ ਤੱਕ ਸਿਮਰਨ ਜਾਰੀ ਰਹੇ। ਜਿਹੜੀ ਨਾਲ ਸੰਗਤ ਰੂਪ 'ਚ ਪਰਿਵਾਰ ਦੇ ਮੈਂਬਰ ਜਾ ਰਹੇ ਉਹ ਸਿਮਰਨ ਕਰਨ ਦੱਬ ਕੇ। ਤੇ ਜਦੋਂ ਅਰਦਾਸ ਕੀਤੀ ਜਾਣੀ, ਸੁਰਤੀ ਦੁਆਰਾ ਇਹ ਬੇਨਤੀ ਕਰਨੀ ਹੁੰਦੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਜਿੰਨਾ ਅੱਜ ਇਸ ਜਗ੍ਹਾ ਤੇ ਸਿਮਰਨ ਹੋਇਆ ਨਾ, ਇਹ ਸਾਰਾ ਇਸ ਰੂਹ ਦੇ ਖਾਤੇ ਵਿੱਚ ਲਿਖ ਦਿਓ। ਤੇ ਗੁਰਮੁਖ ਪਿਆਰਿਓ ਸੱਚੀ ਲਿਖਿਆ ਜਾਂਦਾ ਜੇ ਮਾਲਕ ਕਿਰਪਾ ਕਰਦੇ ਆ ਕਿ ਇਹਨਾਂ ਬੱਚਿਆਂ ਨੇ ਇਸ ਬੱਚੇ ਦਾ ਭਲਾ ਕੀਤਾ ਹੈ। ਤੇ ਆਪਾਂ ਭਲਾ ਹੀ ਕਰਨਾ ਨਾ, ਤੇ ਚੜ੍ਹਦੀ ਕਲਾ ਕਿੱਦਾਂ ਹੋਏਗੀ ਸੰਸਾਰ ਦੀ। ਆਪਾਂ ਇਹ ਵਿਚਾਰ ਕਰਦੇ ਆ ਨਾ, ਬਾਹਰਲੀਆਂ ਦੁਨਿਆਵੀ ਚੀਜ਼ਾਂ ਨਾਲ ਨਹੀਂ ਚੜ੍ਹਦੀ ਕਲਾ ਹੋਣੀ ਸੰਸਾਰ ਦੀ। ਨਾਨਕ ਨਾਮ ਚੜ੍ਹਦੀ ਕਲਾ, ਨਾਮ ਨਾਲ ਚੜ੍ਹਦੀ ਕਲਾ ਹੋਣੀ ਹੈ। ਤੇਰੇ ਭਾਣੇ ਸਰਬੱਤ ਦਾ ਭਲਾ।
ਤੇ ਸਰਬੱਤ ਦੇ ਵਿੱਚ ਆਪਣੇ ਸੰਗੀ ਸਾਥੀ ਰਿਸ਼ਤੇਦਾਰ ਆਪਾਂ ਆਪ ਵੀ ਉਹਦੇ ਵਿੱਚ ਹੀ ਆਨੇ ਆ। ਜਦੋਂ ਆਪਣਾ ਛੱਡ ਕੇ ਦੂਜਿਆਂ ਦਾ ਭਲਾ ਮੰਗਣਾ ਸ਼ੁਰੂ ਕਰਤਾ, ਪਰ ਸਾਨੂੰ ਪਤਾ ਹੋਵੇ ਭਲਾ ਕਰਨਾ ਕਿੱਦਾਂ ਹੈ। ਤੇ ਇੱਥੇ ਭਲਾ ਵੀ ਗੁਰਮੁਖ ਪਿਆਰਿਓ ਇਹ ਨਹੀਂ ਕਿ ਆਪਾਂ ਆਪ ਥੋੜਾ ਜਿਹਾ ਸਿਮਰਨ ਕੀਤਾ ਤੇ ਦੂਜਿਆਂ ਦੇ ਦੁੱਖ ਉਹ ਕੱਟਣੇ ਸ਼ੁਰੂ ਕਰ ਦਿੱਤੇ ਕਿ ਜਾ ਤੇਰਾ ਇਹ ਰੋਗ ਠੀਕ ਹੋ ਜਾਏਗਾ, ਜਾਂ ਤੇਰਾ ਸਭ ਕੁਝ ਠੀਕ ਹੋ ਜਾਏਗਾ। ਏਦਾਂ ਨਹੀਂ ਕਹੀ ਜਾਣਾ। ਉਹਦੇ 'ਚ ਆਪਾਂ ਆਪਣੀ ਕਮਾਈ ਲਗਾ ਦਿੰਨੇ ਆ, ਫਿਰ ਜਿਹੜਾ ਮਾੜਾ ਮੋਟਾ ਧਨ ਜੋੜਿਆ ਹੁੰਦਾ ਉਹਨਾਂ ਤੇ ਖਰਚ ਕਰ ਦਿੰਨੇ ਆ। ਗੁਰਮੁਖ ਪਿਆਰੇ ਦੱਸਦੇ ਸੀ ਇੱਕ ਵਾਰ ਭਾਈ ਸਾਹਿਬ ਕਹਿੰਦੇ ਕਿ ਅਸੀਂ ਨਾ, ਸਾਡੇ ਨਾਲ ਇੱਕ ਗੁਰਮੁਖ ਸੀਗੇ, ਉਹ ਬੜੇ ਸਾਲ ਸੰਗਤ ਵਿੱਚ ਸਾਡੇ ਨਾਲ ਰਹੇ, ਖੇਡ ਸਿੱਖਿਆ। ਤੇ ਉਹਨਾਂ ਦੇ ਇੱਕ ਵਾਰ ਸਿਸਟਰ ਬਹੁਤ ਬਿਮਾਰ ਹੋ ਗਏ, ਹਸਪੀਟਲ ਸੀਗੇ ਐਡਮਿਟ, ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਉਹਨਾਂ ਨੂੰ ਕਿ ਹੁਣ ਇਹ ਐਂਡ ਵਾਲੇ ਸਵਾਸਾਂ ਤੇ ਹੀ ਨੇ। ਤੇ ਉਹਨਾਂ ਨੇ ਭਾਈ ਸਾਹਿਬ ਨੂੰ ਘਰੇ ਬੁਲਾਇਆ, ਗੁਰਮੁਖਾਂ ਨੂੰ, ਦੇਗ ਤਿਆਰ ਕਰ ਲਈ ਤੇ ਉਹਨਾਂ ਨੂੰ ਕਹਿੰਦੇ ਕਿ ਹਨਾ ਤੁਸੀਂ ਇਹਨਾਂ ਦੇ ਨਾ ਠੀਕ ਹੋਣ ਦੀ ਅਰਦਾਸ ਕਰੋ। ਤੇ ਭਾਈ ਸਾਹਿਬ ਕਹਿੰਦੇ ਅਸੀਂ ਬੜਾ ਹੈਰਾਨ ਹੋਏ, ਗੁਰਮੁਖੋ ਤੁਸੀਂ ਇੰਨਾ ਖੇਡ ਸਿੱਖਿਆ ਸਾਡੇ ਨਾਲ ਰਹਿ ਕੇ ਸੰਗਤ ਵਿੱਚ, ਤੇ ਇਹ ਤੁਸੀਂ ਕੀ ਕਹਿ ਰਹੇ ਹੋ? ਅਸੀਂ ਕੌਣ ਆ ਕਿਸੇ ਦਾ ਠੀਕ ਕਰਨ ਵਾਲੇ, ਕਿਸੇ ਦਾ ਦੁੱਖ ਕੱਟਣ ਵਾਲੇ? ਤੇ ਨਾਲੇ ਜੇ ਹੁਣ ਮਾਲਕ ਵੱਲੋਂ ਉਹਨਾਂ ਦਾ ਸਵਾਸਾਂ ਦਾ ਧਨ ਹੀ ਖਤਮ ਹੋਣ ਵਾਲਾ ਏ, ਤੇ ਕਾਰਨ ਬਣਨਾ ਨਾ ਉਹਨਾਂ ਦੇ ਜਾਣ ਦਾ, ਜਾਂ ਦੁੱਖ ਨਾਲ ਜਾਣਗੇ, ਜਾਣਾ ਤਾਂ ਤੰਦਰੁਸਤ ਨੇ ਵੀ ਹੈ ਜਦੋਂ ਸਵਾਸਾਂ ਦਾ ਜਿਹੜਾ ਧਨ ਹੈ, ਪੈਕੇਜ ਹੈ, ਖਤਮ ਹੋ ਗਿਆ। ਕਹਿੰਦੇ ਸਾਨੂੰ, ਉਹ ਕਹਿੰਦੇ ਇਹਨਾਂ ਦੇ ਠੀਕ ਹੋਣ ਦੀ ਅਰਦਾਸ ਕਰੋ ਤੁਸੀਂ। ਇਹ ਸਾਨੂੰ ਇਹ ਸਮਝਣਾ ਪੈਣਾ ਗੁਰਮੁਖ ਪਿਆਰਿਓ ਖੇਡ, ਕਿ ਸਭ ਤੋਂ ਪਹਿਲੇ ਨੰਬਰ ਤੇ ਸਾਡੀ ਇਹ ਸੱਚਾਈ ਹੈ ਕਿ ਆਪਾਂ ਜਾਣਾ ਹੀ ਜਾਣਾ, ਜਿਵੇਂ ਜਿਵੇਂ ਸਾਡੇ ਸਵਾਸਾਂ ਦਾ ਧਨ ਜਿੰਨਾ ਜਿੰਨਾ ਮਿਲਿਆ ਓਨਾ ਹੀ ਵਰਤਾਂਗੇ। ਇੱਕ ਵੀ ਸਵਾਸ ਵੱਧ ਘੱਟ ਨਹੀਂ ਹੋ ਸਕਦਾ। ਇਹ ਵੀ ਗੁਰਬਾਣੀ ਗੁਰੂ ਦੱਸ ਰਹੇ ਨੇ, ਗਿਣੇ ਹੋਏ ਸਵਾਸ ਸਾਨੂੰ ਮਿਲੇ ਨੇ। ਜਿੰਨੇ ਮੇਰੇ ਮਨ ਨੇ ਸਵਾਸ ਲੈਣੇ ਨੇ ਉਹ ਗਿਣਤੀ ਦੇ ਨੇ ਮਾਲਕ ਦੇ ਘਰ ਵਿੱਚ। ਗੁਰੂ ਸਾਹਿਬ ਦੱਸਦੇ ਨੇ, ਗਣ ਘਾਲੇ ਸਭ ਦਿਵਸ ਸਾਸ, ਨਹਿ ਵੱਢਨ ਘਟਨ ਤਿਲ ਸਾਰ। ਤਿਲ ਭਰ ਵੀ ਵੱਧ ਘੱਟ ਨਹੀਂ ਹੋ ਸਕਦੇ, ਪਰ ਮਾਲਕ ਵਧਾਣ ਤੇ ਆਣ, ਤੇ ਉਹ ਵੀ ਗੁਰਬਾਣੀ ਗੁਰੂ ਦੱਸ ਰਹੇ ਨੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਬਿਨਾਂ ਸਵਾਸਾਂ ਤੋਂ ਵੀ ਮਾਲਕ ਜਿੰਦਾ ਰੱਖ ਸਕਦੇ ਨੇ, ਮਾਲਕ ਹੈ ਨਾ, ਕੋਈ ਬੰਦਾ ਨਹੀਂ ਏਦਾਂ ਕਰ ਸਕਦਾ। ਇਸੇ ਲਈ ਆਪਾਂ ਉਸ ਮਾਲਕ ਤੇ ਆਪਣੀ ਡੋਰੀ ਛੱਡਣੀ ਹੈ, ਤੇ ਆਪਾਂ ਖੇਡ ਨੂੰ ਪ੍ਰੋਪਰ ਤਰੀਕੇ ਨਾਲ ਗੁਰਮਤ ਅਨੁਸਾਰ ਸਮਝਣ ਦਾ ਗੁਰਮੁਖ ਪਿਆਰਿਓ ਸਾਡਾ ਪੂਰਾ ਯਤਨ ਹੋਣਾ ਚਾਹੀਦਾ ਹਰ ਵੇਲੇ। ਬਰੀਕੀਆਂ ਜੋ ਨੇ ਕਿ ਆਪਾਂ ਮਾਲਕ ਦੇ ਸ਼ਰੀਕ ਨਹੀਂ ਬਣਨਾ, ਮਾਲਕ ਦੇ ਬੱਚੇ ਆ ਆਪਾਂ। ਬੱਚੇ ਬਣ ਕੇ ਆਪਾਂ ਪ੍ਰਚਾਰ ਕਰੀਏ ਔਰ ਖੇਡ ਨੂੰ ਸਮਝੀਏ, ਆਪ ਵੀ ਜਪੀਏ, ਆਪਣੇ ਭੁੱਲੇ ਹੋਏ ਭੈਣਾਂ ਭਰਾਵਾਂ ਨੂੰ ਵੀ ਥੋੜਾ ਥੋੜਾ, ਜਿੰਨਾ ਜਿੰਨਾ ਉਹਨਾਂ ਦਾ ਭਾਂਡਾ ਏ, ਜਿੰਨੀ ਜਿੰਨੀ ਉਹਨਾਂ ਦੀ ਸੁਣਨ ਦੀ ਅਵਸਥਾ ਏ, ਉਹਨਾਂ ਨੂੰ ਜ਼ਰੂਰ ਦੱਸੀਏ, ਕਿਉਂਕਿ ਇਹੀ ਕਰਮ ਕਰਨ ਵਾਸਤੇ ਸਾਨੂੰ ਪਿਤਾ ਨੇ ਇੱਥੇ ਭੇਜਿਆ। ਤੇ ਮਾਲਕ ਇਹ ਕਹਿੰਦੇ ਨੇ ਕਿ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਆ, ਜਿਹੜੇ ਆਪ ਵੀ ਜਪਦੇ ਨੇ, ਦੂਜਿਆਂ ਨੂੰ ਵੀ ਜਪਾਉਂਦੇ। ਐਡੀ ਵੱਡੀ ਮਾਲਕ ਨੇ ਵਡਿਆਈ ਦਿੱਤੀ ਉਹਨਾਂ ਬੱਚਿਆਂ ਨੂੰ, ਉਸਤਤ ਕੀਤੀ ਉਹਨਾਂ ਦੀ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਪਰ ਮਾਲਕ ਦਾ ਖਜ਼ਾਨਾ ਸਮਝ ਕੇ ਇੱਥੇ ਵਰਤਾਣਾ ਹੈ, ਆਪਣਾ ਕੁਛ ਨਹੀਂ ਇਹਦੇ ਵਿੱਚ। ਜਿਸ ਦਿਨ ਆਪਣਾ ਸਮਝ ਕੇ ਵਰਤਾਣ ਲੱਗ ਪਏ, ਉਸ ਦਿਨ ਸਾਡੇ ਕੋਲੋਂ ਇਹ ਹੋਣੀਆਂ ਹੀ ਨਹੀਂ ਗੱਲਾਂ ਜਿਹੜੀਆਂ ਮਾਲਕ ਦੇ ਘਰ ਦੀਆਂ ਨੇ। ਇਹ ਵੀ ਗੁਰਮੁਖਾਂ ਨੇ ਸਾਡੇ ਭੁਲੇਖੇ ਕੱਢ ਦਿੱਤੇ ਹੋਏ ਨੇ ਕਿ ਅਸੀਂ ਇਕੱਠ ਕਥਾ ਕਰ ਸਕਦੇ ਹਾਂ, ਅਸੀਂ ਨਹੀਂ ਕਰਦੇ ਗੁਰਮੁਖ ਪਿਆਰਿਓ। ਜਿਹੜੇ ਜਿਹੜੇ ਵੀ ਬੱਚੇ ਅੱਗੋਂ ਕਰਨ ਲੱਗਦੇ ਆ ਨਾ, ਮਾਲਕ ਉਹਨਾਂ ਤੇ ਕਿਰਪਾ ਕਰਦੇ ਆ, ਤਾਂ ਹੀ ਉਹਨਾਂ ਦੇ ਮੁਖ ਚੋਂ ਇਹ ਵਾਲੇ ਬਚਨ ਨਿਕਲਦੇ ਨੇ। ਨਹੀਂ ਤਾਂ ਦੁਨਿਆਵੀ ਗੱਲਾਂ ਤਾਂ ਦੁਨੀਆ ਬਹੁਤ ਕਰਦੀ ਹੈ, ਇਹ ਵਾਲੇ ਬਚਨ ਐਵੇਂ ਨਹੀਂ ਨਿਕਲਦੇ ਅੰਦਰੋਂ। ਅਕਾਲ ਪੁਰਖ ਵਾਹਿਗੁਰੂ ਜੀ ਉਸ ਬੱਚੇ ਦਾ ਸਰੀਰ ਔਰ ਰਸਨਾ ਦਾ ਆਪ ਇਸਤੇਮਾਲ ਕਰ ਰਹੇ ਹੁੰਦੇ ਨੇ, ਤਾਂ ਹੀ ਇਹ ਕਥ ਕਥਾ ਅੰਦਰੋਂ ਨਿਕਲਦੀ ਹੈ। ਤੇ ਮਾਲਕ ਦਾ ਖਜ਼ਾਨਾ ਸਮਝ ਕੇ ਬਸ ਇਹੀ ਕਹਿਣਾ ਕਿ ਤੁਸੀਂ ਆਪਣੀ ਸੇਵਾ ਆਪੇ ਲੈ ਲਓ, ਮੈਨੂੰ ਨਹੀਂ ਕੁਝ ਵੀ ਆਂਦਾ, ਤੇ ਜਿਹੜੇ ਬੱਚਿਆਂ ਤੱਕ ਤੁਸੀਂ ਆਪਣਾ ਜੋ ਪਹੁੰਚਾਣਾ ਆਪੇ ਪਹੁੰਚਾ ਲਓ।
ਸਾਡਾ ਏਦਾਂ ਹੀ ਹੁੰਦਾ ਗੁਰਮੁਖ ਪਿਆਰਿਓ, ਆਪਾਂ ਕੋਈ ਸੋਚ ਸਮਝ ਕੇ ਕਥਾ ਕਰਨ ਨਹੀਂ ਬੈਠਦੇ। ਜਿੰਨੇ ਅਕਥ ਕਥਾ ਵਾਲੇ ਗੁਰਮੁਖ ਨੇ, ਬਾਰ-ਬਾਰ ਦੱਸਿਆ ਜਾਂਦਾ ਹੈ ਨਾ ਸਾਰਿਆਂ ਨੂੰ ਕਿ ਕਦੇ ਵੀ ਇਹ ਲਿਖ ਕੇ ਨਹੀਂ ਹੋ ਸਕਦੀ ਕਥਾ, ਕਦੇ ਵੀ ਇਹ ਸੋਚ ਸਮਝ ਕੇ ਨਹੀਂ ਹੋ ਸਕਦੀ ਕਿ ਅੱਜ ਆਹ ਬੋਲਾਂਗੇ, ਅੱਜ ਆਹ ਬੋਲਾਂਗੇ। ਕਈ ਵਾਰ ਮਨ ਵਿੱਚ ਫੁਰਨਾ ਹੁੰਦਾ, ਅੱਜ ਇਹ ਗੱਲ ਸੰਗਤ ਨੂੰ ਦੱਸਣੀ ਹੈ, ਪਰ ਉਦੋਂ ਕਈ ਵਾਰ ਯਾਦ ਹੀ ਨਹੀਂ ਆਉਂਦੀ। ਉਦੋਂ ਮਾਲਕ ਹੋਰ ਹੀ ਆਪਣਾ ਭੰਡਾਰਾ, ਹੋਰ ਹੀ ਖਜ਼ਾਨਾ ਖੋਲ ਦਿੰਦੇ ਨੇ। ਹੁਣ ਅੱਜ ਸਾਨੂੰ ਪਤਾ ਨਹੀਂ ਸੀ ਮਾਲਕ ਨੇ ਇੰਨਾ ਕੁਝ ਬੁਲਵਾ ਲੈਣਾ ਸੀ, ਸਹਿਜ 'ਚ ਚਲੇ ਗਏ ਸੀ ਤੇ ਇੱਕਦਮ ਸਾਨੂੰ ਜਾਗ ਆਈ ਜਦੋਂ ਪਤਾ ਲੱਗਿਆ ਸਮਾਂ ਜ਼ਿਆਦਾ ਹੋ ਗਿਆ ਅੱਜ ਤਾਂ। ਪਰ ਜਦੋਂ ਮਾਲਕ ਨੇ ਜਿਹਦੇ ਕੋਲੋਂ ਜਿੰਨੀ ਸੇਵਾ ਲੈਣੀ ਆ ਉਨੀ ਹੀ ਆਪਾਂ ਕਰ ਸਕਦੇ ਹਾਂ। ਇਹ ਵੀ ਭਰਮ ਭੁਲੇਖੇ ਨਹੀਂ ਰੱਖਣੇ ਕਿ ਮੇਰੇ ਬਿਨਾਂ ਸੰਗਤ ਨਹੀਂ ਚੱਲਣੀ, ਸਾਡੇ ਬਿਨਾਂ ਸਭ ਚੱਲੀ ਜਾਣਾ ਹੈ। ਘਰ ਦੇ ਮੈਂਬਰਾਂ ਨੂੰ ਵੀ ਆਪਾਂ ਸੋਚਦੇ ਹਾਂ ਕਿ ਕਿਧਰੇ ਗਈ ਹੋਈ ਹੈ ਬਾਹਰ, ਤੇ ਸੋਚਦੇ ਹਾਂ ਅੱਜ ਮੈਂ ਘਰ ਨਹੀਂ ਹਾਲੇ ਪਹੁੰਚਿਆ ਤੇ ਕੰਮ ਕਿਵੇਂ ਹੋਣਗੇ ਸਾਰੇ, ਮੈਂ ਨਾ ਹੋਵਾਂ ਤੇ ਕੰਮ ਹੋ ਹੀ ਨਹੀਂ ਸਕਦੇ। ਸਭ ਕੁਝ ਚੱਲੀ ਜਾਣਾ ਗੁਰਮੁਖ ਪਿਆਰਿਓ। ਜਿੰਦੇ ਜੀ ਮਰਨਾ ਸਿੱਖੀਏ ਆਪਾਂ ਕਿ ਜਦੋਂ ਮੈਂ ਇੱਕ ਸਕਿੰਟ 'ਚ ਇੱਥੋਂ ਸਭ ਕੁਝ ਛੱਡ ਛੁਡਾ ਕੇ ਚਲ ਗਿਆ ਨਾ, ਇਹ ਘਰ ਦੇ ਮੈਂਬਰ ਉਦੋਂ ਇਹ ਰੋਲ ਥੋੜ੍ਹੋ ਜਾਣੇ ਨੇ, ਪਲਦੇ ਰਹਿਣੇ ਨੇ, ਸਭ ਕੁਝ ਹੋ ਹੀ ਜਾਣਾ। ਸਾਡਾ ਐਵੇਂ ਭਰਮ ਹੈ ਕਿ ਮੇਰੇ ਬਿਨਾਂ ਕੁਛ ਨਹੀਂ ਹੋ ਸਕਦਾ। ਇਸੇ ਨੂੰ ਤਾਂ ਗੁਰਬਾਣੀ ਗੁਰੂ ਦੱਸ ਰਹੇ ਨੇ ਕਿ ਜਿੰਦੇ ਜੀ ਮਰਨਾ ਸਿੱਖੋ, ਆਪਣੇ ਆਪ ਨੂੰ ਇਹਨਾਂ ਤੋਂ ਉੱਪਰ ਉਠਾ ਲਓ ਮਨ ਕਰਕੇ, ਤਨ ਕਰਕੇ। ਜਿੰਨੀਆਂ ਪਿਤਾ ਨੇ ਜਿੰਨੀ ਦੇਰ ਡਿਊਟੀਆਂ ਦਿੱਤੀਆਂ ਨੇ ਉਹ ਵੀ ਕਰੀ ਜਾਓ ਇਮਾਨਦਾਰੀ ਨਾਲ। ਮਨ ਕਰਕੇ ਵਾਪਸੀ ਦੀ ਵੀ ਤਿਆਰੀ ਰੱਖੋ ਆਪਣੀ, ਬਸ ਪਤਾ ਨਹੀਂ ਕਦੋਂ ਜਾਣਾ ਪੈ ਜਾਣਾ, ਕਦੋਂ ਸੱਦਾ ਆ ਜਾਣਾ ਸਾਨੂੰ। ਉਹਦੇ ਲਈ ਬਹੁਤ ਪਿਆਰਾ ਖੇਡ ਹੈ, ਬੜਾ ਸੌਖਾ, ਕਿ ਆਪਾਂ ਨਾਮ ਦੀ ਪਹਿਚਾਣ ਜ਼ਰੂਰ ਰੱਖਣੀ ਹੈ। ਜਿਹੜੀ ਸਾਡੇ ਅੰਦਰੋਂ ਅਨਹਦ ਸ਼ਬਦ ਪ੍ਰਗਟ ਨੇ, ਉਹਨਾਂ ਨੂੰ ਰੋਜ਼ ਕਿਉਂ ਸੁਣਨਾ ਕਿ ਸਾਨੂੰ ਪਿਤਾ ਦੀ ਆਵਾਜ਼ ਅੰਦਰੋਂ ਪਹਿਚਾਣ ਹੋ ਜਾਵੇ। ਅੰਤ ਸਮੇਂ ਪਿਤਾ ਨੇ ਜਦੋਂ ਸੁਣਾਣੀ ਹੈ ਨਾ, ਤੇ ਬਸ ਸਰੀਰ ਨੂੰ ਢਿੱਲਾ ਛੱਡ ਕੇ ਅਗਰ ਸਾਨੂੰ ਆਵਾਜ਼ ਦੀ ਪਹਿਚਾਣ ਹੈ ਤੇ ਆਪਾਂ ਉਹਨੂੰ ਸੁਣਨਾ ਸ਼ੁਰੂ ਕਰ ਦੇਣਾ ਧਿਆਨ ਲਾ ਕੇ। ਜਿਵੇਂ ਹੁਣ ਆਪਾਂ ਕਹਿੰਦੇ ਸੁਰਤੀ ਕੰਨਾਂ 'ਚ ਰੱਖ ਲਓ, ਉਹਨਾਂ ਸ਼ਬਦਾਂ ਨੂੰ ਸੁਣਨਾ ਸ਼ੁਰੂ ਕਰ ਦਿਓ ਸਰੀਰ ਨੂੰ ਢਿੱਲਾ ਛੱਡ ਕੇ। ਸੇਮ ਇਹੀ ਕਰਨਾ ਐਂਡ ਵਾਲੇ ਸਵਾਸ ਤੇ ਵੀ। ਸਰੀਰ ਨੂੰ ਢਿੱਲਾ ਛੱਡ ਦੇਣਾ, ਲੰਮਾ ਪਾ ਦਿਓ ਇਹਨੂੰ, ਤੇ ਆਪਣੀ ਨਾਭੀ ਤੇ ਜਦੋਂ ਗੰਢ ਖੁੱਲਦੀ ਹੈ, ਜਿਹੜੀ ਸੂਖਮ ਤੇ ਅਸਥੂਲ ਦੋਨਾਂ ਸਰੀਰਾਂ ਦੀ ਗੰਢ ਸਾਡੀ ਨਾਭੀ ਤੇ ਬੰਨੀ ਹੋਈ ਹੈ, ਜਦੋਂ ਐਂਡ ਵਾਲੇ ਸਵਾਸ ਤੇ ਉਹ ਗੰਢ ਖੁੱਲਦੀ ਹੈ ਤੇ ਸਾਡੀ ਨਾਭੀ ਤੇ ਹਲਚਲ ਹੁੰਦੀ ਹੈ। ਪਹਿਲਾਂ ਸਾਨੂੰ ਉੱਥੋਂ ਪਤਾ ਲੱਗੇਗਾ ਕਿ ਹੁਣ ਸਵਾਸ ਖਤਮ ਹੋਣ ਲੱਗੇ ਨੇ ਇਸ ਬੱਚੇ ਦੇ, ਤੇ ਉਹ ਗੰਢ ਖੁੱਲ ਗਈ ਤੇ ਧਿਆਨ ਨਾਮ ਦੇ ਵਿੱਚ ਲਗਾ ਲੈਣਾ। ਉਦੋਂ ਬਸ ਧਿਆਨ ਸੁਰਤੀ ਆਪਣੇ ਕੰਨਾਂ 'ਚ ਲੈ ਜਾਣੀ ਹੈ ਪੂਰੀ ਤਰ੍ਹਾਂ, ਸਰੀਰ ਨੂੰ ਬਿਲਕੁਲ ਢਿੱਲਾ ਛੱਡ ਕੇ। ਐਂਡ ਵਾਲੇ ਸਵਾਸ ਤੇ ਨਾਮ ਪੂਰੀ ਤਰ੍ਹਾਂ ਸੁਣ ਰਿਹਾ ਅੰਦਰੋਂ, ਤੇ ਜੂਨਾਂ ਵਿੱਚ ਨਹੀਂ ਗੁਰਮੁਖ ਪਿਆਰਿਓ, ਮਾਲਕ ਜਾਣ ਦੇਣਗੇ, ਸਿੱਧਾ ਮਾਲਕ ਨਾਲ ਮਿਲਾਪ ਹੋ ਜਾਏਗਾ। ਤੇ ਅੰਤ ਵਾਲੇ ਸਵਾਸ ਤੇ ਸਾਰਾ ਖੇਡ ਖੜਾ ਸਾਡਾ। ਜਿੰਨਾ ਜ਼ਿਆਦਾ ਜਿਸ ਪਾਸੇ ਸਾਡਾ ਪੂਰੀ ਜ਼ਿੰਦਗੀ ਧਿਆਨ ਰਿਹਾ, ਐਂਡ ਵੇਲੇ ਉੱਧਰ ਹੀ ਧਿਆਨ ਜਾਣਾ ਜ਼ਿਆਦਾ। ਮਨਮੁਖ ਬੱਚੇ ਦਾ ਧਿਆਨ ਤਾਂ ਪਰਿਵਾਰ ਵਿੱਚ ਹੀ ਫਸਿਆ ਹੁੰਦਾ, ਬੱਚਿਆਂ ਦੇ ਵਿੱਚ, ਕੰਮਕਾਰ ਦੇ ਵਿੱਚ, ਤੇ ਐਂਡ ਵਾਲੇ ਸਵਾਸ ਤੇ ਫਿਰ ਨਾਮ 'ਚ ਧਿਆਨ ਕਿਵੇਂ ਲੱਗ ਜਾਏਗਾ। ਜੇ ਲਗਾਉਣਾ ਸਿੱਖਿਆ ਹੋਏਗਾ, ਨਾਮ ਦੀ ਪਹਿਚਾਣ ਕੀਤੀ ਹੋਏਗੀ, ਇਹ ਸੋਝੀ ਹੋਏਗੀ, ਗਿਆਨ ਹੋਏਗਾ ਇਹ ਵਾਲਾ ਕਿ ਇਸ ਆਵਾਜ਼ ਵਿੱਚ ਧਿਆਨ ਲਗਾਉਣਾ ਆਪਾਂ ਬਸ ਅੰਤ ਸਮੇਂ। ਇਹ ਸਾਨੂੰ ਗਿਆਨ ਹੁਣ ਇਹ ਸੱਚ ਦੀ ਸੰਗਤ ਵਿੱਚ ਬੈਠ ਕੇ ਮਿਲਿਆ ਨਾ, ਨਹੀਂ ਤੇ ਗੁਰਮੁਖ ਪਿਆਰਿਓ ਸਾਰੀ ਜ਼ਿੰਦਗੀ ਜਪਣ ਵਾਲਾ ਵੀ ਅੰਤ ਸਮੇਂ ਧਿਆਨ ਬੱਚਿਆਂ 'ਚ ਰਹਿ ਜਾਂਦਾ ਹੈ। ਕਿਸੇ ਨਾ ਕਿਸੇ ਪਾਸੇ ਧਿਆਨ ਚੱਲ ਗਿਆ, ਪੂਰੀ ਜ਼ਿੰਦਗੀ ਦੀ ਭਗਤੀ ਕੀਤੀ ਹੋਈ ਵੀ ਕਈ ਵਾਰ ਪੂਰਾ ਲਾਹਾ ਨਹੀਂ ਮਿਲ ਪਾਉਂਦਾ ਫਿਰ, ਕਿਉਂਕਿ ਅੰਤ ਕਾਲ ਤੇ ਖੇਡ ਖੜਾ ਸਾਡਾ। ਉਹ ਜ਼ਰੂਰ ਆਪਾਂ ਪ੍ਰੈਕਟੀਕਲ ਕਰਕੇ ਰੱਖਣਾ ਕਿ ਜੋ ਆਪਾਂ ਰੋਜ਼ ਕਰ ਰਹੇ ਹਾਂ ਇਹੀ ਸੇਮ ਹੋਣਾ ਹੈ। ਉਦੋਂ ਸਿਮਰਨ ਤਾਂ ਜੇ ਸਮਾਂ ਥੋੜ੍ਹਾ ਹੋਇਆ ਸਿਮਰਨ ਤਾਂ ਨਹੀਂ ਹੋਏਗਾ, ਪਰ ਮਾਲਕ ਨੇ ਬੜਾ ਵੱਡਾ ਮੌਕਾ ਦੇ ਦੇਣਾ। ਬੱਚਿਆਂ ਨੇ ਰੋਜ਼ ਉਸ ਆਵਾਜ਼ ਨੂੰ ਸੁਣ ਸੁਣ ਕੇ ਉਹਦੀ ਪਹਿਚਾਣ ਕੀਤੀ ਹੋਈ ਹੈ, ਜਿਨ੍ਹਾਂ ਬੱਚਿਆਂ ਨੇ ਬਸ ਉਹਨੂੰ ਸੁਣਨਾ ਸ਼ੁਰੂ ਕਰ ਦੇਣਾ, ਆਪਣੇ ਆਪ ਸਿੱਧਾ ਮਾਲਕ ਦੇ ਕੋਲ ਜਾਏਗਾ ਉਹ ਬੱਚਾ, ਸ਼ਬਦਾਂ ਨਾਮ ਦੇ ਵਿੱਚ ਸਮਾ ਕੇ। ਰੋਜ਼ ਆਪਾਂ ਨਾਮ ਦੇ ਵਿੱਚ ਹੀ ਸਮਾਣਾ ਸਿੱਖ ਰਹੇ ਹਾਂ, ਤੇ ਸਾਨੂੰ ਇਹ ਸਾਰਿਆਂ ਨੂੰ ਗਿਆਨ ਹੋਣਾ ਚਾਹੀਦਾ ਅੰਤ ਸਮੇਂ ਵਾਲਾ ਵੀ। ਹੁਣ
ਨਾਮ ਪ੍ਰਗਟ ਹੋਵੇ ਸਾਡੇ ਅੰਦਰ, ਪੂਰੀ ਤਰ੍ਹਾਂ ਸਾਨੂੰ ਪਹਿਚਾਣ ਹੋ ਜਾਵੇ, ਭਰੋਸਾ ਬਣ ਜਾਏ ਗੁਰਮੁਖ ਪਿਆਰਿਓ ਕਿ ਇਹ ਮੇਰੇ ਪਿਤਾ ਦੀ ਆਵਾਜ਼ ਹੈ, ਇਹਨੂੰ ਸੁਣਨਾ ਬਹੁਤ ਜ਼ਰੂਰੀ ਹੈ। ਪਿਤਾ ਨੇ ਇੱਥੇ ਸੰਸਾਰ ਤੇ ਭੇਜਿਆ ਹੀ ਮੈਨੂੰ ਇਸ ਵਾਸਤੇ ਹੈ। ਜਿਹੜਾ ਨਾਮ ਮਾਤਾ ਦੇ ਗਰਭ ਦੇ ਵਿੱਚ ਸੁਣ ਰਿਹਾ ਸੀ, ਮਾਲਕ ਨੇ ਇਹੀ ਸਾਨੂੰ ਸਮਝਾ ਕੇ ਹੁਕਮ ਲਗਾ ਕੇ ਭੇਜਿਆ ਕਿ ਉੱਥੇ ਸੰਸਾਰ ਤੇ ਰਹਿੰਦਿਆਂ ਵੀ ਉਹ ਨਾਮ ਤੁਸੀਂ ਦੁਬਾਰਾ ਸੁਣੋ, ਅੰਦਰੋਂ ਨਾਮ ਨੂੰ ਸੁਣ ਕੇ ਤੇ ਜੂਨਾਂ ਚੋਂ ਮੁਕਤ ਹੋ ਕੇ ਮੇਰੇ ਕੋਲ ਆ ਜਾਓ। ਮਾਤਾ ਦੇ ਗਰਭ ਦੇ ਵਿੱਚ ਗੁਰਮੁਖ ਪਿਆਰਿਓ ਇੰਨੀ ਹੀਟ, ਇੰਨੀ ਅਗਨ ਹੈ, ਉੱਥੇ ਕਿਵੇਂ ਸਰੀਰ ਪਲਦਾ ਬੱਚੇ ਦਾ, ਕਿਉਂਕਿ ਉੱਥੇ ਸਰੀਰ ਦੇ ਨਾਲ ਲਿੰਕ ਹੀ ਨਹੀਂ ਹੁੰਦਾ ਬੱਚੇ ਦਾ। ਉੱਥੇ ਦਸਮ ਦੁਆਰ ਖੁੱਲਾ ਹੁੰਦਾ ਏ, ਇਸ ਕਰਕੇ ਸਿਰਫ ਉੱਥੇ ਜੋ ਮਾਤਾ ਖਾਂਦੀ ਹੈ ਉਹ ਬੱਚੇ ਤੱਕ ਪਹੁੰਚਦਾ ਏ ਤੇ ਸਹਿਜੇ ਸਹਿਜੇ ਸਰੀਰ ਅੰਦਰ ਵੱਡਾ ਹੁੰਦਾ ਹੈ। ਤੇ ਜਿਵੇਂ ਮਾਲਕ ਨੇ ਪ੍ਰੋਸੈਸ ਬਣਾਇਆ, 9 ਮਹੀਨੇ ਬਾਅਦ ਜਦੋਂ ਪੂਰਾ ਸਰੀਰ ਤਿਆਰ ਹੋ ਗਿਆ ਤੇ ਜਿਹੜੀ ਉਹ ਨਾਲ ਹੀ ਜਦੋਂ ਜਨਮ ਹੋਇਆ ਇੱਧਰ ਬੱਚੇ ਦਾ, ਦਸਮ ਦੁਆਰ ਬਲੌਕ ਹੋ ਗਿਆ ਔਰ 9 ਦਰਵਾਜ਼ੇ ਖੁੱਲ ਗਏ। ਤੇ ਜਦੋਂ 9 ਦਰਵਾਜ਼ੇ ਖੁੱਲੇ ਤੇ ਸਰੀਰ ਦੇ ਨਾਲ ਜੁੜ ਗਿਆ ਮਨ ਦਾ ਕਨੈਕਸ਼ਨ। ਉਸ ਤੋਂ ਪਹਿਲਾਂ ਸਰੀਰ ਨੂੰ ਨਹੀਂ, ਸਰੀਰ ਨਾਲ ਨਹੀਂ ਜੁੜਿਆ ਹੋਇਆ ਸੀ। ਸਾਡੀ ਸੁਰਤੀ ਦਾ ਜਿਹੜਾ ਕਨੈਕਸ਼ਨ ਹੈ ਉਹ ਉਦੋਂ ਜੁੜਦਾ ਹੈ ਜਦੋਂ ਸਾਡਾ ਇੱਧਰ ਜਨਮ ਹੋ ਗਿਆ, ਮਾਤਾ ਦੇ ਗਰਭ ਚੋਂ ਬਾਹਰ ਆਇਆ ਬੱਚਾ, ਤੇ ਜਿਸਨੂੰ ਗੁਰਬਾਣੀ ਗੁਰੂ ਦੱਸਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਪ੍ਰਭਾਵ ਪਾਤਾ, ਕਿਉਂਕਿ ਸਰੀਰ ਵੀ ਗੁਰਮੁਖ ਪਿਆਰਿਓ ਸਾਡੇ ਮਾਇਆ ਦੇ ਵਿੱਚ ਆਂਦਾ ਹੈ ਨਾ। ਇਹ ਵੀ ਆਪਾਂ ਗੁਰਬਾਣੀ ਗੁਰੂ ਚ ਪੜ੍ਹਦੇ ਹਾਂ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ, ਆ ਕੇ ਦੂਜੇ ਭਾਵ ਵਿੱਚ ਫਸ ਗਿਆ। ਬੱਚਾ ਜਦੋਂ ਰੋਇਆ ਤਾਂ ਹਾਂ ਮਾਰ ਕੇ ਰੋਇਆ। ਜਦੋਂ ਬੱਚੇ ਦਾ ਜਨਮ ਹੋਇਆ ਬੱਚਾ ਬਹੁਤ ਜ਼ੋਰ ਜ਼ੋਰ ਦੀ ਰੋਇਆ, ਤੇ ਮਾਤਾ ਪਿਤਾ ਦੇਖਦੇ ਨੇ ਕਿ ਸ਼ਾਇਦ ਮਾਤਾ ਕਹਿੰਦੀ ਬੱਚੇ ਨੂੰ ਭੁੱਖ ਲੱਗੀ ਹੈ, ਮਾਤਾ ਨੂੰ ਰਿਜ਼ਕ ਦੇ ਦਿੰਦੀ, ਦੁੱਧ ਦੇ ਦਿੰਦੀ ਹੈ, ਤੇ ਬੱਚੇ ਨੂੰ ਲੱਗਿਆ ਸ਼ਾਇਦ ਮੈਨੂੰ ਅੰਮ੍ਰਿਤ ਰਸ ਆ ਗਿਆ। ਸਭ ਤੋਂ ਪਹਿਲਾਂ ਤਾਂ ਆਪਾਂ ਕਹਿੰਦੇ ਆਪਾਂ ਗੁੜਤੀ ਦਿੰਨੇ ਆ, ਬੱਚੇ ਦੇ ਮੂੰਹ ਨੂੰ ਮਿੱਠਾ ਲਾਉਂਦੇ ਆ। ਤੇ ਆਪਾਂ ਜਿਵੇਂ ਹੁਣ ਸਿਮਰਨ ਕਰਦੇ ਹਾਂ ਗੁਰਮੁਖ ਪਿਆਰੇ, ਸ਼ੁਰੂਆਤ ਚ ਆਪਾਂ ਕਹਿੰਦੇ ਆ ਨਾ ਕਿ ਮੂੰਹ ਮਿੱਠਾ ਹੁੰਦਾ ਕਈ ਗੁਰਮੁਖਾਂ ਦਾ। ਉੱਥੇ ਬੱਚੇ ਨੂੰ ਏਦਾਂ ਲੱਗਿਆ ਕਿ ਮੈਨੂੰ ਅੰਮ੍ਰਿਤ ਰਸ ਆ ਗਿਆ, ਬੱਚਾ ਤਾਂ ਥੋੜੀ ਦੇਰ ਵਾਸਤੇ ਚੁੱਪ ਕਰ ਗਿਆ। ਆਪਾਂ ਬੱਚੇ ਨੂੰ ਲਾਈਟਾਂ ਦੇ ਵਿੱਚ ਪਾ ਦਿੰਨੇ ਆ ਤੇ ਬੱਚੇ ਨੂੰ ਐਵੇਂ ਲੱਗਦਾ ਬਾਹਰੋਂ ਜਿਵੇਂ ਮੈਨੂੰ ਪ੍ਰਕਾਸ਼ ਹੋ ਰਿਹਾ ਏ, ਤੇ ਬੱਚਾ ਇਸ ਕਰਕੇ ਥੋੜੀ ਦੇਰ ਚੁੱਪ ਕਰ ਜਾਂਦਾ ਹੈ। ਸਾਰਾ ਇਹ ਗੁਰਮੁਖ ਪਿਆਰਿਓ ਆਪਾਂ ਉਹਦੇ ਕੋਲ ਜਿਵੇਂ ਕੋਈ ਛਣਕਣਾ ਜਾਂ ਕੋਈ ਖਿਡੌਣਾ ਉਹਦੇ ਕੋਲ ਆਪਾਂ ਛਣਕਾਨੇ ਆ, ਬਾਹਰੋਂ ਜਦੋਂ ਕੋਈ ਬੱਚੇ ਨੂੰ ਆਵਾਜ਼ ਸੁਣਦੀ ਤੇ ਬੱਚੇ ਨੂੰ ਐਵੇਂ ਲੱਗਦਾ ਮੈਨੂੰ ਅੰਦਰੋਂ ਪਿਤਾ ਦੀ ਆਵਾਜ਼ ਅਨਹਦ ਸੁਣਦੇ ਪਏ ਸ਼ਬਦ। ਇਸ ਕਰਕੇ ਉਹ ਧਿਆਨ ਉੱਧਰ ਹੀ ਲੈ ਜਾਏਗਾ ਸਿੱਧਾ ਆਪਣਾ, ਕਿਉਂਕਿ ਉਸ ਟਾਈਮ ਤੇ ਸਾਡੇ ਨਾਲ ਨਹੀਂ ਬੱਚੇ ਦਾ ਲਿੰਕ ਜੁੜਿਆ ਹੁੰਦਾ। ਸਵਾ ਮਹੀਨੇ 1.5 ਮਹੀਨੇ ਤੱਕ ਬੱਚੇ ਨੂੰ ਸਾਡੀ ਕੋਈ ਖਬਰ ਨਹੀਂ ਹੁੰਦੀ, ਨਾ ਉਹਨੂੰ ਸਾਡੇ ਇਹ ਦਿਸਦਾ ਹੈ ਅਸੀਂ ਅੱਗੇ ਤੁਰੇ ਫਿਰਦੇ। ਦ੍ਰਿਸ਼ਟੀ ਦਾ ਇਸਤੇਮਾਲ ਉਹ ਸੱਜੇ ਸੱਜੇ ਕਰਨਾ ਸਿੱਖਦਾ ਹੈ ਜਦੋਂ ਉਹ ਆਪਣੇ ਮਾਤਾ ਨੂੰ ਦੇਖਦਾ ਹੈ ਕਿ ਆਹ ਜਿਹੜਾ ਸਰੀਰ ਹੈ ਨਾ, ਆਹ ਜਿਹੜਾ ਚਿਹਰਾ ਆ, ਇਹ ਰੋਜ਼ ਮੇਰੀ ਦੇਖਭਾਲ ਕਰਦਾ, ਮੇਰੇ ਕੋਲ ਰਹਿੰਦਾ ਆ। ਸੱਜੇ ਸੱਜੇ ਬੱਚਾ ਦ੍ਰਿਸ਼ਟੀ ਦਾ ਇਸਤੇਮਾਲ ਕਰਨਾ ਸਿੱਖਦਾ ਏ। ਤੇ ਕਈ ਵਾਰ ਬੱਚਾ ਇਕੱਲਾ ਹੀ ਖੇਡੀ ਜਾ ਰਿਹਾ ਏ, ਲੱਤਾਂ ਬਾਵਾਂ ਮਾਰ ਮਾਰ ਕੇ, ਤੇ ਉਹਨੂੰ ਗੁਰਮੁਖ ਪਿਆਰਿਓ ਮਾਲਕ ਖਿਡਾ ਰਹੇ ਹੁੰਦੇ ਉਸ ਟਾਈਮ ਤੇ ਦਰਸ਼ਨ ਦਿੰਦੇ ਨੇ। ਸੁੱਤਾ ਪਿਆ ਬੱਚਾ ਕਈ ਵਾਰ ਖਿੜਖਿੜਾ ਕੇ ਹੱਸਣ ਲੱਗ ਜਾਂਦਾ ਏ, ਉਸ ਟਾਈਮ ਤੇ ਮਾਲਕ ਉਹਨੂੰ ਦਰਸ਼ਨ ਦੇ ਰਹੇ ਹੁੰਦੇ ਆ ਬੱਚੇ ਨੂੰ। ਤੇ ਨਾਲ ਹੀ ਥੋੜੀ ਦੇਰ ਬਾਅਦ ਉਹ ਰੋਣ ਵਾਲਾ ਮੂੰਹ ਬਣਾ ਲੈਂਦਾ, ਕਈ ਵਾਰ ਬੁੱਲ ਬਾਹਰ ਨੂੰ ਕੱਢ ਕੇ ਨੀਚੇ ਵਾਲਾ, ਇਸ ਤਰ੍ਹਾਂ ਕਰਦਾ ਏ। ਸਾਨੂੰ ਇਹ ਦੇਖਣਾ ਹੁੰਦਾ ਬੈਠ ਕੇ ਕਿ ਬੱਚਾ ਕਿਸ ਤਰ੍ਹਾਂ ਕਿਰਿਆ ਕਰਦਾ ਏ, ਕਿਉਂਕਿ ਉਸ ਬੱਚੇ ਨੂੰ ਸਵਾ ਮਹੀਨੇ ਤੱਕ 1.5 ਮਹੀਨੇ ਤੱਕ ਨਾ ਮਾਲਕ ਹੀ ਉਹਨੂੰ ਦਰਸ਼ਨ ਦਿੰਦੇ ਹੁੰਦੇ ਨੇ। ਉਦੋਂ ਬੱਚਾ ਹੱਸਦਾ ਏ ਖਿੜਖਿੜਾ ਕੇ। ਤੇ ਜਦੋਂ ਜਿਵੇਂ ਸਵਾਸ ਉਹਨੇ ਪਾਉਣ ਰੋਕੀ ਹੋਈ ਸੀ ਉਦੋਂ ਦਰਸ਼ਨ ਹੋ ਰਹੇ ਸੀਗੇ, ਹੁਣ ਸਵਾਸ ਜ਼ਿਆਦਾ ਦੇਰ ਰੋਕ ਨਹੀਂ ਸਕਦੇ। ਜਦੋਂ ਸਵਾਸ ਬਦਲਣਾ ਏ, ਅਗਲਾ ਸਵਾਸ ਭਰਨਾ ਏ, ਬਾਹਰ ਪਹਿਲਾ ਖਾਲੀ ਕਰਨਾ, ਉਦੋਂ ਫਿਰ ਉਹ ਦਰਸ਼ਨ ਹੋਣੇ ਬੰਦ ਹੋ ਜਾਂਦੇ ਆ। ਤੇ ਬੱਚਾ ਕਈ ਵਾਰ ਰੋਣ ਵਾਲਾ ਮੂੰਹ ਬਣਾ ਲੈਂਦਾ ਕਿ ਹੁਣ ਦਰਸ਼ਨ ਨਹੀਂ ਹੋ ਰਹੇ। ਇਹ ਸਾਰਾ ਖੇਡ ਗੁਰਮੁਖ ਪਿਆਰਿਓ ਮਾਲਕ ਸਹਿਜ ਸੁਭਾਏ ਸਵਾ ਮਹੀਨੇ ਤੱਕ ਬੱਚੇ ਨੂੰ ਥੋੜੀ ਥੋੜੀ ਦੇਰ ਬਾਅਦ ਦਰਸ਼ਨ ਦਿੰਦੇ ਰਹਿੰਦੇ ਆ, ਕਿ ਕਿਤੇ ਜ਼ਿਆਦਾ ਹੀ ਨਾ ਉਦਾਸ ਹੋ ਜਾਵੇ ਬੱਚਾ। ਉਸ ਤੋਂ ਬਾਅਦ ਸਹਿਜੇ ਸਹਿਜੇ ਉਹਨੂੰ ਇੱਧਰਲਾ ਪਤਾ ਲੱਗਦਾ ਏ ਸਾਡਾ ਕਿ ਮੇਰੇ ਆਸੇ ਪਾਸੇ ਕੋਈ ਤੁਰਿਆ ਫਿਰਦਾ, ਕੋਈ ਮੇਰੀ ਦੇਖਭਾਲ ਕਰਦਾ।
ਇਹ ਵੀ ਆਪਾਂ ਦੇਖਿਆ ਗੁਰਮੁਖ ਪਿਆਰਿਓ, ਕਈ ਵਾਰ ਛੋਟੇ ਬੱਚੇ ਆਪਾਂ ਕਿਸੇ ਦੇ ਘਰ ਜਾਈਏ ਤੇ ਬੱਚਿਆਂ ਨੂੰ ਆਪਾਂ ਕਹਿੰਦੇ ਆ ਮੇਰੇ ਕੋਲ ਆ ਜਾ, ਆਪਾਂ ਦੋਨੋਂ ਹੱਥ ਕਰਕੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਬੱਚੇ ਪਹਿਲਾਂ ਸਾਡਾ ਚਿਹਰਾ ਦੇਖਦੇ ਨੇ, ਕਿਉਂਕਿ ਉਹਨਾਂ ਨੇ ਜਿਹੜੇ ਘਰ ਦੇ ਮੈਂਬਰ ਨੇ ਉਹਨਾਂ ਦਾ ਚਿਹਰਾ ਆਪਣੀ ਦ੍ਰਿਸ਼ਟੀ 'ਚ ਵਸਾਇਆ ਹੁੰਦਾ ਹੈ, ਮਾਤਾ ਪਿਤਾ ਦਾ, ਭੈਣਾਂ ਭਰਾਵਾਂ ਦਾ, ਜਿਹੜੇ ਨਾਲ ਰਹਿੰਦੇ ਆ। ਜਦੋਂ ਕੋਈ ਓਪਰਾ ਬੰਦਾ ਘਰੇ ਚਲਾ ਜਾਵੇ ਤੇ ਉਹਦੇ ਕੋਲ ਜਾਂਦੇ ਨੇ ਜਲਦੀ ਕਰਕੇ, ਕਿਉਂਕਿ ਉਹਨਾਂ ਨੇ ਚਿਹਰੇ ਦੀ ਪਹਿਚਾਣ ਕਰ ਲਈ ਹੁੰਦੀ ਹੈ ਕਿ ਇਹ ਪਹਿਲੀ ਵਾਰ ਦੇਖਿਆ ਚਿਹਰਾ, ਕਿਉਂਕਿ ਉਸ ਬੱਚੇ ਨੇ ਦ੍ਰਿਸ਼ਟੀ ਦਾ ਇਸਤੇਮਾਲ ਕਰਨਾ ਸਿੱਖ ਲਿਆ, ਛੋਟੇ ਬੱਚੇ ਨੇ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਜਦੋਂ ਮਾਂ ਫਿਰ ਹੱਥ ਕਰਦੀ ਹੈ ਤੇ ਮਾਂ ਦੇ ਵੱਲ ਨੂੰ ਭੱਜਿਆ ਜਾਂਦਾ ਹੈ, ਕਿਉਂਕਿ ਸਭ ਤੋਂ ਪਹਿਲਾਂ ਮਾਂ ਨਾਲ ਮੋਹ ਪੈਂਦਾ ਬੱਚੇ ਦਾ, ਕਿ ਆਹ ਜਿਹੜਾ ਸਰੀਰ ਹੈ, ਆਹ ਜਿਹੜਾ ਚਿਹਰਾ ਹੈ, ਹਰ ਵੇਲੇ 24 ਘੰਟੇ ਮੇਰੀ ਸੰਭਾਲ ਕਰਦਾ ਏ। ਇਸੇ ਕਰਕੇ ਮਾਂ ਦਾ ਰੋਲ ਬਹੁਤ ਵੱਡਾ ਹੁੰਦਾ ਹੈ ਗੁਰਮੁਖ ਪਿਆਰਿਓ ਜੀਵਨ 'ਚ। ਅਸੀਂ ਇਸ ਚੀਜ਼ ਨੂੰ ਮੰਨ ਕੇ ਚੱਲੀਏ ਕਿ ਸਭ ਤੋਂ ਪਹਿਲਾਂ ਜਿਹੜੇ ਇੱਥੇ ਸਾਡੇ ਟੀਚਰ ਨੇ ਉਹ ਮਾਤਾ ਪਿਤਾ ਹੁੰਦੇ ਨੇ, ਜਿਨ੍ਹਾਂ ਦੇ ਜ਼ਰੀਏ ਸਾਨੂੰ ਇਹ, ਪਰ ਮਾਤਾ ਪਿਤਾ ਵੀ ਗੁਰਮੁਖ ਪਿਆਰਿਓ ਆਪਣਾ ਇਹ ਪੂਰਾ ਫਰਜ਼ ਨਿਭਾਉਣ, ਪਰ ਜਿਨ੍ਹਾਂ ਮਾਤਾ ਪਿਤਾ ਨੇ ਆਪ ਪਹਿਲਾਂ ਬ੍ਰਹਮ ਦਾ ਗਿਆਨ ਲਿਆ ਹੁੰਦਾ ਨਾ, ਉਹੀ ਆਪਣਾ ਇਹ ਸਹੀ ਫਰਜ਼ ਨਿਭਾ ਸਕਦੇ ਨੇ, ਤੇ ਉਹ ਬੱਚੇ ਨੂੰ ਇਹ ਸੋਝੀ ਦੇਣਗੇ ਕਿ ਅਸੀਂ ਤੇਰੇ ਸੱਚੇ ਸਕੇ ਮਾਤਾ ਪਿਤਾ ਨਹੀਂ ਆ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਗੇ ਉਸ ਬੱਚੇ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਪਾਂ ਸਿਰਫ ਸਵਾਸਾਂ ਤੱਕ ਸਾਡਾ ਰਿਸ਼ਤਾ ਏ, ਜਦੋਂ ਸਵਾਸ ਖਤਮ ਹੁੰਦੇ, ਰਿਸ਼ਤਾ ਖਤਮ ਹੋ ਜਾਂਦਾ ਆਪਣਾ, ਫਿਰ ਆਪਾਂ ਸਕੇ ਨਹੀਂ ਆ ਇੱਕ ਦੂਸਰੇ ਦੇ। ਇਹ ਸਿਰਫ ਇੱਥੇ ਸੰਸਾਰ ਤੇ ਆਪਾਂ ਇਕੱਲੇ ਨਹੀਂ ਰਹਿ ਸਕਦੇ ਨਾ, ਇਸ ਕਰਕੇ ਮਾਲਕ ਨੇ ਸਾਨੂੰ ਪਰਿਵਾਰ ਬਖਸ਼ਿਆ, ਸੰਜੋਗੀ ਬਖਸ਼ੇ ਨੇ, ਤੇ ਜਿਹੜੇ ਇਕੱਲੇ ਰਹਿੰਦੇ ਉਹਨਾਂ ਲਈ ਵੀ ਬੜਾ ਔਖਾ ਹੈ ਇੱਥੇ। ਤੇ ਆਪਾਂ ਕਈ ਵਾਰ ਆਪਣੇ ਘਰਦਿਆਂ ਤੋਂ ਕਾਹਲੇ ਪੈ ਜਾਂਦੇ ਆ ਕਿ ਇਹ ਮੇਰਾ ਪਿੱਛਾ ਹੀ ਨਹੀਂ ਛੱਡਦੇ, ਅਸੀਂ ਬੜਾ ਕੁਝ ਬੋਲ ਦਿੰਦੇ ਆ ਇੱਕ ਦੂਸਰੇ ਨੂੰ, ਨਾ ਵੀ ਬੋਲੀਏ ਤੇ ਮਨ ਵਿੱਚ ਸੋਚਦੇ ਰਹਿੰਦੇ ਆ ਬੈਠੇ, ਕਿਉਂਕਿ ਸ਼ੁਕਰਾਨੇ ਵਿੱਚ ਨਹੀਂ ਹੈ ਨਾ ਸਾਡਾ ਮਨ। ਆਪਾਂ ਇਹ ਸੋਚੀਏ ਜਿਹੜੇ ਇਕੱਲੇ ਰਹਿੰਦੇ ਆ, ਆਪਾਂ ਉਹਨਾਂ ਨੂੰ ਜਾ ਕੇ ਦੇਖੀਏ ਜਰਾ, ਉਹ ਕਿੰਨੇ ਔਖੇ ਨੇ। ਸਾਨੂੰ ਤੇ ਫਿਰ ਵੀ ਕੋਈ ਗੱਲਬਾਤ ਕਰਨ ਵਾਸਤੇ ਸੰਜੋਗੀ ਬਖਸ਼ੇ ਹੋਏ ਆ ਮਾਲਕ ਨੇ, ਤੇ ਹਰ ਇੱਕ ਚੀਜ਼ ਤੇ ਸ਼ੁਕਰਾਨਾ ਹੀ ਤਾਂ ਕਰਨਾ ਹੈ ਗੁਰਮੁਖ ਬੱਚਿਆਂ ਨੇ। ਛੱਤ ਦਿੱਤੀ ਹੈ, ਤੁਹਾਡਾ ਸ਼ੁਕਰਾਨਾ, ਪਰਿਵਾਰ ਦਿੱਤਾ ਤੁਹਾਡਾ ਸ਼ੁਕਰਾਨਾ, ਇਹ ਸਰੀਰ ਦਿੱਤਾ ਤੰਦਰੁਸਤ, ਤੁਹਾਡਾ ਸ਼ੁਕਰਾਨਾ। ਤੇ ਸਿਮਰਨ ਦੀ ਅਸਲ ਡੈਫੀਨੇਸ਼ਨ ਹੀ ਗੁਰਮੁਖ ਪਿਆਰਿਓ ਸ਼ੁਕਰਾਨਾ ਏ। ਗੱਲ ਗੱਲ ਤੇ ਹਰ ਇੱਕ ਚੀਜ਼ ਨੂੰ ਦੇਖ ਕੇ ਸਾਡੇ ਅੰਦਰ ਸ਼ੁਕਰਾਨੇ ਨਿਕਲਣੇ ਸ਼ੁਰੂ ਹੋ ਜਾਣ ਤੇ ਆਪਣੇ ਆਪ ਹੀ ਸਿਮਰਨ ਚੱਲ ਪੈਣਾ ਅੰਦਰੋਂ, ਕਿਉਂਕਿ ਪਿਤਾ ਦੇਖਦੇ ਆ ਕਿ ਜਿਹੜਾ ਨਾ ਸ਼ੁਕਰਾ ਬੱਚਾ ਹੁੰਦਾ, ਜਿਹੜਾ ਅਕਿਰਤ ਘਣ ਹੋ ਜਾਂਦਾ, ਬਾਗੀ ਹੋ ਜਾਂਦਾ, ਨਾਮ ਤੋਂ ਆਕੀ ਹੋ ਜਾਂਦਾ, ਫਿਰ ਉਹਦੀ ਨਹੀਂ ਮਾਤਾ ਪਿਤਾ ਜ਼ਿਆਦਾ ਕੇਅਰ ਕਰਦੇ, ਹਨਾ। ਇੱਥੇ ਦ੍ਰਿਸ਼ਟਮਾਨ ਰੂਪ 'ਚ ਤਾਂ ਬੇਦਖਲ ਵੀ ਕਰ ਦਿੰਦੇ ਨੇ, ਪਰ ਮਾਲਕ ਬੇਦਖਲ ਵੀ ਨਹੀਂ ਕਰਦੇ, ਫਿਰ ਵੀ ਉਸ ਬੱਚੇ ਨੂੰ ਸਭ ਕੁਝ ਦੇਈ ਜਾਂਦੇ ਨੇ। ਤੇ ਇੰਨੇ ਦਿਆਲੂ, ਇੰਨੇ ਕਿਰਪਾਲੂ ਪਿਤਾ, ਸਾਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਦੇ ਸੁਭਾਅ ਦਾ, ਉਹ ਕਿੰਨੇ ਕੁ ਵੱਡੇ ਨੇ, ਕਿੰਨੇ ਕੁ ਦਿਆਲੂ ਨੇ। ਉਹਨਾਂ ਦੀ ਸ਼ਰਨ ਵਿੱਚ ਜਾਣਾ ਆਪਾਂ ਸਿੱਖ ਗਏ ਹਾਂ ਹੁਣ, ਪਿਤਾ ਕਿੱਥੇ ਬੈਠੇ ਨੇ, ਤੇ ਪਿਤਾ ਦਾ ਹੁਕਮ ਵੀ ਹੁਣ ਸਾਨੂੰ ਪਤਾ ਲੱਗ ਚੁੱਕਿਆ ਬੱਚਿਆਂ ਨੂੰ, ਬਸ ਉਹੀ ਕਮਾਈ ਕਰਨੀ ਹੈ, ਸ਼ਬਦ ਦੀ ਕਮਾਈ। ਤੇ ਜਿਹੜਾ ਬੱਚਾ ਮਾਤਾ ਪਿਤਾ ਦੇ ਕਹਿਣੇ 'ਚ ਆ ਜਾਂਦਾ, ਉਹ ਸਾਰੀਆਂ ਚੀਜ਼ਾਂ ਦਾ ਹੱਕਦਾਰ ਹੋ ਜਾਂਦਾ, ਖਜ਼ਾਨੇ ਦਾ। ਮਾਤਾ ਪਿਤਾ ਸਾਰਾ ਖਜ਼ਾਨਾ ਹੀ ਉਸ ਬੱਚੇ ਨੂੰ ਸੌਂਪ ਦਿੰਦੇ ਆ ਵੀ ਹੁਣ ਆਹ ਸਾਰੀ ਜ਼ਿੰਮੇਵਾਰੀ ਤੇਰੀ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਵੀ ਆਪਣਾ ਇਹ ਖਜ਼ਾਨਾ ਆਪਣੇ ਬੱਚਿਆਂ ਨੂੰ ਸੌਂਪ ਕੇ ਥੋੜਾ ਬਹੁਤਾ ਦੇ ਕੇ ਦੇਖਦੇ ਨੇ ਕਿ ਇਹ ਖਜ਼ਾਨੇ ਦਾ, ਇਸ ਦਾ ਸਹੀ ਇਸਤੇਮਾਲ ਕਰਦੇ ਆ ਜਾਂ ਗਲਤ ਵਰਤੋਂ ਕਰਦੇ ਆ, ਇਹ ਵੀ ਮਾਲਕ ਦੇਖਦੇ ਆ। ਇਸੇ ਲਈ ਗੁਰਮੁਖ ਪਿਆਰਿਓ, ਸਾਨੂੰ ਇਹ ਅਕਥ ਕਥਾ ਜੋ ਨਾਮ ਦਾ ਭੇਦ ਹੈ, ਇਹ ਸਾਨੂੰ ਸੰਭਾਲਣਾ ਵੀ ਆਉਣਾ ਚਾਹੀਦਾ ਸਾਰੇ ਬੱਚਿਆਂ ਨੂੰ। ਸੰਭਾਲਣਾ ਕਿਵੇਂ ਆ? ਜਦੋਂ ਆਪਾਂ ਨਾਲ ਨਾਲ ਪਰਹੇਜ਼ ਰੱਖਾਂਗੇ ਮਨ ਦੇ, ਜਿਹੜੇ ਆਪਾਂ ਹਰ ਵਾਰ ਰਿਪੀਟ ਕਰਦੇ ਹਾਂ। ਅਗਰ ਆਪਾਂ ਇੱਕ ਪਾਸੇ ਨਾਮ ਧਨ ਜੋੜਿਆ, ਦੂਜੇ ਪਾਸੇ ਆਪਾਂ ਨਿੰਦਾ ਚੁਗਲੀ ਬੁਰਾਈ ਕਰ ਲਈ ਕਿਸੇ ਦੀ, ਤੇ ਉਹ ਲੁੱਟਿਆ ਜਾਣਾ ਧਨ ਆਪਣਾ। ਔਰ ਨਿੰਦਾ ਚੁਗਲੀ ਨਾ ਕਰਨੀ, ਨਾ ਸੁਣਨੀ ਪਹਿਲੇ ਨੰਬਰ ਤੇ। ਦੂਸਰੇ ਨੰਬਰ ਤੇ ਮਨ ਦਾ ਪਰਹੇਜ਼ ਜਿਹੜਾ ਰੱਖਣਾ ਏ, ਉਹ ਹੈ ਦੁਬਦਾ, ਈਰਖਾ, ਨਫ਼ਰਤ ਕਿਸੇ ਨਾਲ ਮਨ ਤੋਂ ਨਹੀਂ ਰੱਖਣੀ। ਤੀਸਰੇ ਨੰਬਰ ਤੇ ਕਿਸੇ ਵੀ ਗੁਣ ਦਾ ਹੰਕਾਰ ਨਹੀਂ ਕਰਨਾ, ਹਉਮੈ ਨਹੀਂ ਕਰਨੀ। ਗੁਣ ਮਾਲਕ ਦੇ ਦਿੱਤੇ ਹੋਏ ਨੇ,
ਇੱਕ ਸਕਿੰਟ 'ਚੋਂ ਵਾਪਸ ਵੀ ਲੈ ਸਕਦੇ ਆ ਮਾਲਕ। ਇਹ ਭੁੱਲ ਜਾਂਦਾ ਸਾਨੂੰ ਕਿ ਮਾਲਕ ਜਿਹੜੇ ਦੇ ਸਕਦੇ ਆ, ਉਹਨਾਂ ਨੂੰ ਖੋਹਣ ਨੂੰ ਕਿੰਨੀ ਦੇਰ ਲੱਗਣੀ ਹੈ। ਫਿਰ ਨੀ ਮਨ ਹਉਮੈ ਕਰਦਾ ਕਦੀ ਵੀ। ਮਾਲਕ ਜੀ ਆਪਣਾ ਇਹ ਵਾਲਾ ਖਜ਼ਾਨਾ ਦੇ ਸਕਦੇ ਆ ਨਾ, ਇਹ ਵਾਲਾ ਸਾਨੂੰ ਇਹ ਗਿਆਨ ਦੇ ਸਕਦੇ ਆ ਮਾਲਕ, ਤੇ ਮਾਲਕ ਨੂੰ ਖੋਹਣ ਨੂੰ ਕਿੰਨੀ ਦੇਰ ਲੱਗਣੀ ਹੈ। ਇੱਕ ਸਕਿੰਟ 'ਚ ਉਹਨਾਂ ਨੇ ਮੇਰਾ ਬ੍ਰੇਨ ਵਾਸ਼ ਕਰ ਦੇਣਾ, ਮੈਨੂੰ ਸਭ ਭੁਲਾ ਦੇਣਾ ਹੈ, ਖਾਲੀ ਕਰ ਦੇਣਾ ਅੰਦਰੋਂ। ਮਾਲਕ ਹੈ ਨਾ, ਕੁਛ ਵੀ ਕਰ ਸਕਦੇ ਆ। ਫਿਰ ਨੀ ਮਨ ਹਉਮੈ ਕਰਦਾ ਕਦੀ ਵੀ, ਕਿਉਂਕਿ ਖਜ਼ਾਨਾ ਪਿਤਾ ਦਾ ਸਮਝ ਕੇ ਆਪਾਂ ਵਰਤਣਾ ਇਹ। ਤੀਸਰੇ ਨੰਬਰ ਤੇ ਹਉਮੈ ਹੰਕਾਰ ਨਹੀਂ ਕਰਨਾ ਕਿਸੇ ਚੀਜ਼ ਦਾ। ਚੌਥੇ ਨੰਬਰ ਤੇ ਹੈ ਲੋਕ ਲੱਜਾ ਗੁਰਮੁਖ ਪਿਆਰਿਓ। ਨਾਮ ਦੀ ਗੱਲ ਕਰਨ ਲੱਗਿਆਂ, ਸਿਮਰਨ ਕਰਨ ਲੱਗਿਆਂ ਸਾਨੂੰ ਕਈ ਵਾਰ ਸ਼ਰਮ ਆ ਜਾਂਦੀ ਹੈ, ਲੋਕ ਲੱਜਾ ਆ ਜਾਂਦੀ ਹੈ। ਤੇ ਅਗਰ ਆਪਾਂ ਲੋਕਾਂ ਨੂੰ ਦੇਖਦੇ ਰਹਿ ਗਏ ਤੇ ਅੰਤ ਸਮੇਂ ਲੋਕਾਂ ਨੇ ਸਾਡਾ ਉੱਥੇ ਸਾਥ ਨਹੀਂ ਦੇਣਾ ਜਦੋਂ ਜਮਾਂ ਦੀ ਮਾਰ ਪੈਣੀ ਹੈ। ਇਸ ਲਈ ਲੋਕਾਂ ਦੀ ਪਰਵਾਹ ਨਹੀਂ ਕਰਨੀ, ਆਪੇ ਦੀ ਖੋਜ ਕਰਨੀ ਹੈ, ਆਪੇ ਦੀ ਚਿੰਤਾ ਕਰਨੀ ਹੈ। ਦੂਸਰਿਆਂ ਨੂੰ ਜਿਹੜੇ ਪਿਆਰ ਨਾਲ ਸਾਡੇ ਨਾਲ ਬੈਠ ਕੇ ਨਾਮ ਜਪਣਾ ਚਾਹੁੰਦੇ ਹੈ, ਤੇ ਉਹਨਾਂ ਨੂੰ ਜ਼ਰੂਰ ਭੇਦ ਦੇਣਾ ਖੋਲ ਕੇ ਸਾਰਾ। ਪਰ ਜਿਹੜੇ ਤਰਕ ਕਰਦੇ ਹੈ, ਜਿਹੜੇ ਬਹਿਸ ਕਰਦੇ ਹੈ, ਉਹਨਾਂ ਨਾਲ ਨਹੀਂ ਲਿੰਕ ਰੱਖਣਾ। ਉਹਨਾਂ ਨਾਲੋਂ ਫਿਰ ਦੂਰੀ ਪਾ ਲੈਣੀ ਹੈ, ਬਸ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ, ਪਰ ਮਸਤ ਹੋ ਜਾਣਾ ਉਹਨਾਂ ਨਾਲ। ਕਿਉਂਕਿ ਇਹ ਸੋਚ ਲੈਣਾ ਕਿ ਹਾਲੇ ਇਹਨਾਂ ਬੱਚਿਆਂ ਦੇ ਭਾਗਾਂ 'ਚ ਮਾਲਕ ਨੇ ਨਹੀਂ ਲਿਖਿਆ ਹੋਇਆ, ਤੇ ਆਪਾਂ ਕੌਣ ਹੈ ਇਹਨਾਂ ਨੂੰ ਇਹ ਸੁਣਾਉਣ ਵਾਲੇ। ਸਾਨੂੰ ਇਹ ਵੀ ਸਮਝ ਆ ਜਾਏਗੀ, ਸਾਹਮਣੇ ਵਾਲੇ ਬੱਚੇ ਦੀ ਸੁਣਨ ਦੀ ਅਵਸਥਾ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਬੱਚਾ ਕੀ ਕਰ ਰਿਹਾ ਹੈ। ਜੇ ਤਾਂ ਸੁਣਨ ਦੀ ਅਵਸਥਾ ਹੋਈ ਗੁਰਮੁਖ ਪਿਆਰਿਓ, ਟਿਕ ਕੇ ਬੈਠ ਜਾਏਗਾ, ਸੁਣੇਗਾ, ਉਹ ਕਹੇਗਾ ਮੈਨੂੰ ਹੋਰ ਦੱਸੋ ਅੱਗੋਂ। ਉੱਥੋਂ ਪਤਾ ਲੱਗ ਜਾਣਾ ਕਿ ਬੱਚਾ ਗਾਹਕ ਹੈ ਨਾਮ ਦਾ। ਜਿਹੜਾ ਬੱਚਾ ਬਹਿਸ ਕਰਦਾ, ਤਰਕ ਕਰਦਾ, ਉੱਥੇ ਮਾਲਕ ਵੱਲੋਂ ਇਹ ਨਿਸ਼ਾਨੀ ਹੁੰਦੀ ਹੈ ਕਿ ਇੱਥੇ ਨਹੀਂ ਇਹ ਖਜ਼ਾਨਾ ਖੋਲਣਾ। ਕਬੀਰ ਜੀ ਦਾ ਬੜਾ ਪਿਆਰਾ ਸਲੋਕ ਹੈ। ਕਬੀਰ ਜੀ ਦੱਸਦੇ ਨੇ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਅਗਰ ਤੇਰੇ ਸਾਹਮਣੇ ਨਾਮ ਦਾ ਗਾਹਕ ਨਹੀਂ ਬੈਠਾ ਹੋਇਆ ਨਾ, ਤੇ ਆਪਣੀ ਵਿਚਾਰਾਂ ਵਾਲੀ ਪੋਟਲੀ ਉਹਦੇ ਸਾਹਮਣੇ ਨਾ ਖੋਲ, ਉਹਨੇ ਕਦਰ ਨਹੀਂ ਕਰਨੀ ਤੇਰੀ ਇਸ ਕਹਾਣੀ ਦੀ। ਸੋ ਗੁਰਮੁਖ ਪਿਆਰਿਓ, ਸਮਾਂ ਉੱਪਰ ਹੋ ਗਿਆ, ਇਤਨੀ ਹੀ ਸੇਵਾ ਪ੍ਰਵਾਨ ਕਰ ਲੈਣੀ ਜੀ। ਗੁਰਬਾਣੀ ਗੁਰੂ ਦੀ ਵਿਚਾਰ ਕਰਦਿਆਂ, ਸਿਮਰਨ ਅਭਿਆਸ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਗਲਤੀਆਂ, ਮਨ ਦੀਆਂ ਗੈਰ ਹਾਜ਼ਰੀਆਂ, ਆਪ ਸੰਗਤ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਜਗਤ ਜਲੰਦਾ ਰਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ, ਤਿਤੈ ਲੇਹੋ ਉਬਾਰ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।